ਸਾਰੀ ਸੰਗਤ ਨੂੰ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਅੰਗ ਨੰਬਰ 110 ਦੇ ਹੇਠੋਂ ਤੀਸਰੀ ਪੰਕਤੀ ਹੈ, 3 ਨੰਬਰ ਤੋਂ ਬਾਅਦ। ਪਈ ਅੜੈ ਤਨ ਅਣਦਿਨ ਸੁੱਤੀ, ਕੰਤ ਵਿਸਾਰੀ ਅਵਗਣ ਮੁੱਤੀ। ਅਣਦਿਨ ਸਦਾ ਫਿਰੈ ਬਿਲ ਲਾਂਦੀ, ਲੱਲੇ ਨੂੰ ਕੰਨਾ ਬਿੰਦੀ। ਅਣਦਿਨ ਸਦਾ ਫਿਰੈ ਬਿਲ ਲਾਂਦੀ, ਬਿਨ ਫਿਰ ਨੀਂਦ ਨ ਪਾਵਣਿਆ। ਪਈ ਅੜੈ ਪੇਕੇ ਘਰ, ਪਾਸ ਮਾਤ ਲੋਕ ਵਿੱਚ। ਧਨ ਮਨ ਜੀਵ ਇਸਤਰੀ, ਅਣਦਿਨ ਦਿਨ ਰਾਤ ਸੁੱਤੀ ਰਹਿੰਦੀ ਹੈ। ਇੱਕ ਤਾਂ ਸੌਣਾ ਹੁੰਦਾ, ਜਿਵੇਂ ਆਪਾਂ ਰਾਤ ਨੂੰ ਸੌਂਦੇ ਹਾਂ, ਉਸ ਤੋਂ ਭਾਵ ਨਹੀਂ ਹੈ। ਇਹ ਜਿਹੜਾ ਜੀਵ ਹੈ, ਇਹ ਮਾਤ ਲੋਕ ਦੇ ਵਿੱਚ ਪਰਮਾਤਮਾ ਦਾ ਨਾਮ ਨਹੀਂ ਜਪਦਾ। ਪਰਮਾਤਮਾ ਵੱਲੋਂ ਇਹ ਸੁੱਤਾ ਹੋਇਆ ਹੈ। ਜਾਗਦਾ ਕਿਹਨੂੰ ਕਹਿੰਦੇ ਨੇ? ਜਿਹਨੂੰ ਇਹ ਗਿਆਨ ਹੋਵੇ ਕਿ ਮੈਂ ਪਰਮਾਤਮਾ ਦਾ ਨਾਮ ਜਪਣਾ ਹੈ, ਅਤੇ ਪਰਮਾਤਮਾ ਨਾਮ ਜਪਣ ਨੂੰ ਕਹਿੰਦੇ ਜਾਗਦਾ ਹੈ। ਅਤੇ ਜਿਹਨੂੰ ਗਿਆਨ ਹੀ ਨਹੀਂ ਕਿ ਮੈਂ ਪਰਮਾਤਮਾ ਦਾ ਨਾਮ ਜਪਣਾ, ਜਾਂ ਜਾਣ ਕੇ ਨਹੀਂ ਜਪਦਾ, ਉਹ ਸਮਝੋ ਸੁੱਤਾ ਹੋਇਆ ਹੈ। ਫਿਰ ਹੁੰਦਾ ਕੀ ਹੈ? ਕੰਤ ਵਿਸਾਰੀ ਅਵਗਣ ਮੁੱਤੀ। ਫਿਰ ਪਰਮਾਤਮਾ ਉਹਨੂੰ ਭੁਲਾ ਦਿੰਦਾ ਹੈ। ਅਵਗਣ ਮੁੱਤੀ, ਫਿਰ ਉਹਦੇ ਅੰਦਰ ਔਗਣ ਪੈਦਾ ਹੋ ਜਾਂਦੇ ਨੇ। ਔਗਣ ਮੁੱਤੀ ਮੈਨੇ ਠੱਗ ਲੈਣਾ। ਔਗਣ ਉਸ ਨੂੰ ਠੱਗ ਲੈਂਦੇ ਹਨ। ਉਹ ਕੰਤ ਨੂੰ ਵਿਸਾਰ ਦਿੰਦੀ ਹੈ, ਭੁਲਾ ਦਿੰਦੀ ਹੈ। ਅਣਦਿਨ ਸਦਾ ਫਿਰੈ ਬਿਲਾਂਦੀ। ਬਿਲਾਂਦੀ ਹੁੰਦਾ ਰੋਣਾ ਪਿੱਟਣਾ। ਉਹ ਦਿਨ ਰਾਤ ਫਿਰ ਰੋਂਦੀ ਪਿੱਟਦੀ ਰਹਿੰਦੀ, ਭਾਵ ਦੁਖੀ ਹੁੰਦੀ ਰਹਿੰਦੀ। ਬਿਨ ਫਿਰ ਨੀਂਦ ਨਾ ਪਾਵਣ। ਪ੍ਰਭੂ ਪਤੀ ਤੋਂ ਬਿਨਾਂ ਉਹਨੂੰ ਸੁੱਖ ਦੀ ਨੀਂਦ ਨਹੀਂ ਆਉਂਦੀ। ਉਹਨੂੰ ਸੁੱਖ ਦੀ ਨੀਂਦ ਨਹੀਂ ਆਉਂਦੀ, ਕਿਉਂਕਿ ਸੁੱਖ ਨਾ ਹੀ ਰੇ ਹਰ ਭਗਤ ਬਿਨਾਂ। ਪਰਮਾਤਮਾ ਦੀ ਭਗਤੀ ਤੋਂ ਬਿਨਾਂ ਇਹ ਮਾਨਸਿਕ ਸੁੱਖ ਮਿਲਦਾ ਹੀ ਨਹੀਂ ਹੈ। ਜੇ ਮਨ ਦੁਖੀ ਹੈ ਤਾਂ ਮੈਂ ਦੇਖਿਆ ਸਰੀਰਕ ਸੁੱਖ ਵੀ ਆਨੰਦ ਨਹੀਂ ਦਿੰਦੇ। ਜੇ ਮਨ ਕਿਸੇ ਦਾ ਦੁਖੀ ਹੈ ਨਾ, ਤਾਂ ਡਨਲਪ ਦੇ ਗੱਦਿਆਂ 'ਤੇ ਪਿਆ ਹੋਇਆ ਬੰਦਾ, ਏਸੀ ਦੇ ਵਿੱਚ ਪਿਆ ਹੋਇਆ ਬੰਦਾ ਵੀ ਦੁਖੀ ਰਹਿੰਦਾ ਹੈ, ਕਿਉਂਕਿ ਉਹਦਾ ਮਨ ਦੁਖੀ, ਉਹਨੂੰ ਨੀਂਦ ਨਹੀਂ ਚੱਜ ਨਾਲ ਆਉਂਦੀ। ਅਤੇ ਮਨ ਪਰਮਾਤਮਾ ਦੇ ਨਾਮ ਤੋਂ ਬਿਨਾਂ ਸੁਖੀ ਨਹੀਂ ਹੁੰਦਾ। ਧਨ ਨਾਲ ਸਰੀਰ ਸੁਖੀ ਹੁੰਦਾ, ਇਹ 'ਚ ਕੋਈ ਸ਼ੱਕ ਨਹੀਂ। ਆ ਜਿੰਨੇ ਤੁਹਾਨੂੰ ਸੰਸਾਰਕ ਸੁੱਖ ਵਿਖਾਈ ਦੇ ਰਹੇ ਨੇ, ਇਹ ਸਾਰੇ ਸਰੀਰ ਲਈ ਨੇ, ਇਹ ਮਾਇਆ ਨਾਲ ਹੀ ਮਿਲਦੇ ਨੇ, ਇਹ 'ਚ ਕੋਈ ਸ਼ੱਕ ਨਹੀਂ। ਗੁਰੂ ਨਾਨਕ ਦੇਵ ਨੂੰ ਇਸ ਗੱਲ ਦਾ ਪਤਾ ਸੀ, ਇਸ ਲਈ ਉਹਨੇ ਕਿ ਭਾਈ ਕਿਰਤ ਕਰੋ। ਬੰਦਾ ਕਿਰਤ ਕਰੇਗਾ, ਉਹਦੇ ਕੋਲ ਪੈਸਾ ਹੋਏਗਾ ਤਾਂ ਸਰੀਰਕ ਸੁੱਖ ਪ੍ਰਾਪਤ ਕਰ ਸਕਦਾ ਹੈ। ਮੰਨ ਲਓ ਬੰਦਾ ਬਿਮਾਰ ਹੋ ਗਿਆ, ਉਹਦੇ ਕੋਲ ਪੈਸੇ ਹੀ ਨਹੀਂ, ਤਾਂ ਫਿਰ ਦੁੱਖ ਹੀ ਭੋਗੇਗਾ। ਪੈਸਾ ਹੋਣਾ ਜ਼ਰੂਰੀ ਹੈ। ਸਿਰਫ ਇੰਨੇ ਕਿ ਗੁਰੂ ਮਹਾਰਾਜ ਕਹਿੰਦੇ ਉਹ 10 ਦੀ ਕਿਰਤ ਦਾ ਹੋਣਾ ਚਾਹੀਦਾ ਹੈ। ਹਰਾਮ ਦਾ ਪੈਸਾ ਵੀ ਸੁੱਖ ਨਹੀਂ ਦਿਆ ਕਰਦਾ। ਇਸ ਲਈ ਇਹ ਤਾਂ ਸਰੀਰਕ ਸੁੱਖ ਹੈ, ਇਹਦਾ ਆਮ ਲੋਕਾਂ ਨੂੰ ਪਤਾ ਹੈ। ਸਰੀਰਕ ਸੁੱਖਾਂ ਲਈ ਹੀ ਲੋਕ ਭੱਜੇ ਫਿਰਦੇ ਹਨ, ਪਰ ਮਾਨਸਿਕ ਸੁੱਖ ਇਹ ਬਹੁਤ ਘੱਟ ਲੋਕਾਂ ਨੂੰ ਪਤਾ ਹੈ। ਕੋਠੀ ਹੈ, ਕਾਰ ਹੈ, ਧੀਆਂ ਪੁੱਤਰ ਹਨ, ਚੰਗੀ ਆਮਦਨ ਹੈ, ਸਰੀਰ ਵੀ ਠੀਕ ਹੈ, ਪਰ ਬੰਦਾ ਅੰਦਰੋਂ ਦੁਖੀ ਹੈ। ਬਹੁਤਿਆਂ ਦਾ ਇਹੀ ਹਾਲ ਹੈ।
ਉਸ ਨੂੰ ਸਮਝ ਹੀ ਨਹੀਂ ਆਉਂਦੀ ਕਿ ਮੈਂ ਦੁਖੀ ਕਿਉਂ ਹਾਂ। ਕਿਉਂ ਜੇ ਤਾਂ ਬਾਣੀ ਪੜ੍ਹੇ ਜਾਂ ਸਤ ਸੰਗਤ ਕਰੇ, ਫਿਰ ਤੇ ਉਹਨੂੰ ਸੋਝੀ ਆਵੇ ਕਿ ਮੈਂ ਬਾਣੀ ਨਹੀਂ ਪੜ੍ਹਦਾ, ਮੈਂ ਨਾਮ ਨਹੀਂ ਜਪਦਾ, ਇਸ ਕਰਕੇ ਮੇਰਾ ਮਨ ਕਲਪਦਾ ਰਹਿੰਦਾ, ਦੁਖੀ ਰਹਿੰਦਾ। ਉਹ ਫਿਰ ਬਾਣੀ ਪੜ੍ਹੇਗਾ, ਨਾਮ ਜਪੇਗਾ, ਉਹਦਾ ਮਨ ਸੁਖੀ ਹੋ ਜਾਏਗਾ, ਕਿਰਤ ਕਰੇਗਾ, ਸਰੀਰ ਸੁਖੀ ਹੋ ਜਾਏਗਾ। ਤਾਂ ਗੁਰੂ ਮਹਾਰਾਜ ਕਹਿੰਦੇ ਵੀ ਇਹ ਪੇਕਾ ਘਰ ਹੈ, ਮਾਤ ਲੋਕ ਹੈ, ਇੱਥੇ ਮਨੁੱਖ ਆਇਆ ਨਾਮ ਜਪਣ ਲਈ, ਪਰ ਇਹ ਦਿਨ ਰਾਤ ਸੁੱਤਾ ਰਹਿੰਦਾ ਹੈ, ਨਾਮ ਜਪਣ ਵੱਲੋਂ ਅਵੇਸਲਾ ਹੈ, ਇਹ ਨਾਮ ਜਪਦਾ ਨਹੀਂ ਹੈ। ਆਪਣੇ ਪ੍ਰਭੂ ਪਤੀ ਨੂੰ ਭੁਲਾ ਕੇ ਫਿਰ ਜਿਹੜੇ ਔਗਣ ਨੇ ਇਸ ਨੂੰ ਠੱਗ ਲੈਂਦੇ ਹਨ, ਬੰਦਾ ਔਗਣਿਆਰਾ ਹੋ ਜਾਂਦਾ ਹੈ। ਇਹ ਸਾਰੇ ਜਿਹੜੇ ਔਗਣ ਪੈਦਾ ਹੋਏ ਮਨੁੱਖ 'ਚ, ਇਹ ਰੱਬ ਨਾਲੋਂ ਟੁੱਟਣ ਕਾਰਨ ਨੇ। ਲਿਵ ਛੁੜਕੀ ਲੱਗੀ ਤ੍ਰਿਸ਼ਨਾ, ਮਾਇਆ ਅੰਮ੍ਰਿਤ ਵਰਤਾਇਆ। ਤੀਸਰੇ ਪਾਤਸ਼ਾਹ ਕਹਿੰਦੇ ਜਦੋਂ ਇਹ ਮਾਤ ਗਰਭ ਤੋਂ ਬਾਹਰ ਆਇਆ, ਇਹਦੀ ਲਿਵ ਪਰਮਾਤਮਾ ਨੂੰ ਟੁੱਟ ਗਈ। ਫਿਰ ਜਿਹੜੀ ਮਾਇਆ ਹੈ ਉਹਨੇ ਆਪਣਾ ਹੁਕਮ ਚਲਾਉਣਾ ਸ਼ੁਰੂ ਕਰਤਾ ਹੈ। ਇਹ ਮਾਇਆ ਦੇ ਅਧੀਨ ਆ ਗਿਆ ਹੈ, ਰੱਬ ਨੂੰ ਭੁੱਲ ਗਿਆ ਹੈ, ਅਤੇ ਫਿਰ ਇਹਦੇ ਦੁੱਖ ਸ਼ੁਰੂ ਹੋ ਗਏ ਹਨ। ਜਦੋਂ ਫਿਰ ਇਹਨੂੰ ਸੋਝੀ ਆਉਂਦੀ ਹੈ, ਕੋਈ ਸਮਝਾ ਦਿੰਦਾ ਹੈ, ਫਿਰ ਮੁੜ ਕੇ ਇਹ ਨਾਮ ਜਪਣਾ ਸ਼ੁਰੂ ਕਰਦਾ ਹੈ। ਇਸ ਲਈ ਗੁਰੂ ਮਹਾਰਾਜ ਕਹਿੰਦੇ ਜਿਹੜੇ ਲੋਕ ਨਾਮ ਨਹੀਂ ਜਪਦੇ, ਨਾਮ ਵੱਲੋਂ ਅਵੇਸਲੇ ਹਨ, ਉਹਨਾਂ 'ਚ ਆ ਜਾਂਦੇ ਔਗਣ। ਔਗਣਿਆਰਾ ਬੰਦਾ ਫਿਰ ਦੁਖੀ ਹੁੰਦਾ ਰਹਿੰਦਾ ਹੈ। ਚੋਰ ਹੋਇਆ, ਡਾਕੂ ਹੋਇਆ, ਲੁਟੇਰਾ ਹੋਇਆ, ਠੱਗ ਹੋਇਆ, ਬਦਮਾਸ਼ ਹੋਇਆ, ਇਹੋ ਜਿਹੇ ਲੋਕ ਆਪ ਵੀ ਦੁਖੀ ਰਹਿੰਦੇ, ਦੂਜਿਆਂ ਨੂੰ ਦੁਖੀ ਕਰਦੇ ਨੇ। ਦੂਜਿਆਂ ਨੂੰ ਦੁਖੀ ਕਰਨ ਵਾਲਾ ਬੰਦਾ ਆਪ ਸੁਖੀ ਨਹੀਂ ਹੋ ਸਕਦਾ, ਇਹ ਖਿਆਲ ਰੱਖਣਾ। ਦੂਜਿਆਂ ਨੂੰ ਸੁੱਖ ਦੇ ਕੇ ਹੀ ਸੁੱਖ ਪ੍ਰਾਪਤ ਕੀਤਾ ਜਾ ਸਕਦਾ ਹੈ। ਸੋ ਇਸ ਲਈ ਗੁਰੂ ਮਹਾਰਾਜ ਕਹਿੰਦੇ ਇਹ ਫਿਰ ਔਗਣਿਆਰੇ ਲੋਕ ਦਿਨ ਰਾਤ ਰੋਂਦੇ ਪਿੜਦੇ ਰਹਿੰਦੇ ਨੇ। ਪਤੀ ਨੂੰ ਤਿਆਗ ਦਿੱਤਾ ਹੈ, ਹੁਣ ਰਾਤ ਨੂੰ ਸੁੱਖ ਦੀ ਨੀਂਦ ਨਹੀਂ ਆਉਂਦੀ। ਪੇਈੜੈ ਸੁਖ ਦਾਤਾ ਜਾਤਾ। ਹੁਣ ਦੂਜੇ ਪਾਸੇ ਦੀ ਗੱਲ, ਇੱਕ ਤੇ ਉਹ ਨੇ ਜਿਨ੍ਹਾਂ ਨੇ ਇਹ ਮਨੁੱਖਾ ਜੀਵਨ ਧਾਰ ਕੇ ਨਾਮ ਨਹੀਂ ਜਪਿਆ, ਰੱਬ ਨਾਲੋਂ ਟੁੱਟਣ ਕਾਰਨ, ਪਤੀ ਨਾਲੋਂ ਟੁੱਟਣ ਕਾਰਨ ਇਹਨਾਂ ਦੇ ਅੰਦਰ ਔਗਣ ਪੈਦਾ ਹੋ ਗਏ। ਔਗਣਿਆਰਾ ਬੰਦਾ ਹਮੇਸ਼ਾ ਦੁਖੀ ਰਹਿੰਦਾ ਹੈ। ਚੋਰ ਸੁਖੀ ਨਹੀਂ ਹੋ ਸਕਦਾ ਹੁੰਦਾ, ਡਾਕੂ ਸੁਖੀ ਨਹੀਂ ਹੋਇਆ ਕਰਦੇ, ਲੁਟੇਰੇ ਸੁਖੀ ਨਹੀਂ ਹੋਇਆ ਕਰਦੇ, ਬਦਮਾਸ਼ ਲੋਕ ਸੁਖੀ ਨਹੀਂ ਹੋਇਆ ਕਰਦੇ, ਦੂਜੇ ਦੇ ਜ਼ੁਲਮ ਕਰਨ ਵਾਲੇ ਲੋਕ, ਅਨਿਆਂ ਕਰਨ ਵਾਲੇ ਲੋਕ ਸੁਖੀ ਨਹੀਂ ਹੋਇਆ ਕਰਦੇ। ਉਹ ਕੁਝ ਸਮਾਂ ਭਾਵੇਂ ਹੋ ਜਾਣ, ਮਗਰ ਦੁੱਖ ਹੀ ਦੁੱਖ ਹੁੰਦੇ ਨੇ ਜ਼ਿੰਦਗੀ। ਹੁਣ ਕਹਿੰਦੇ ਪਈ ਅੜੈ ਸੁਖ ਦਾਤਾ ਜਤ, ਭਾਵ ਜਿਨ੍ਹਾਂ ਨੇ ਇਸ ਮਨੁੱਖਾ ਜੀਵਨ 'ਚ ਉਹ ਦਾਤਾ ਜੋ ਸੁੱਖ ਦੇਣ ਵਾਲਾ ਹੈ, ਜਿਹਨੇ ਉਹਨੂੰ ਜਾਣ ਲਿਆ। ਪਹਿਲਾਂ ਤਾਂ ਵਿਸ਼ਵਾਸ ਲਿਆਉਣਾ ਕਿ ਪਰਮਾਤਮਾ ਜਾਂ ਪਰਮਾਤਮਾ ਦਾ ਨਾਮ ਸੁੱਖ ਦਿੰਦਾ ਹੈ। ਸੋ ਜਦੋਂ ਇਹ ਪਤਾ ਲੱਗ ਗਿਆ ਕਿ ਪਰਮਾਤਮਾ ਦਾ ਨਾਮ ਸੁੱਖ ਦਿੰਦਾ ਹੈ, ਫਿਰ ਹੀ ਬੰਦਾ ਨਾਮ ਜਪਣ ਲੱਗਦਾ ਹੈ। ਫਿਰ ਜਿਉਂ-ਜਿਉਂ ਨਾਮ ਜਪਦਾ ਹੈ, ਪ੍ਰੈਕਟੀਕਲ ਕਰਦਾ ਹੈ, ਇਹਨੂੰ ਫਿਰ ਪਤਾ ਲੱਗਦਾ ਕਿ ਵਾਕਈ ਕਿ ਸੁੱਖ ਤੇ ਨਾਮ ਜਪਣ ਵਿੱਚ ਹੈ। ਇਹ ਕਈ ਵਾਰੀ ਬਾਣੀ ਪੜ੍ਹਦਾ ਹੈ, ਪਰ ਉਸ 'ਤੇ ਅਮਲ ਨਹੀਂ ਕਰਦਾ। ਜਿੰਨਾ ਚਿਰ ਅਸੀਂ ਬਾਣੀ ਦਾ ਪ੍ਰੈਕਟੀਕਲ ਰੂਪ ਨਹੀਂ ਧਾਰਦੇ, ਸਾਨੂੰ ਤਾਂ ਵੀ ਸੁੱਖ ਨਹੀਂ ਮਿਲਦਾ। ਹੁਣ ਬਾਣੀ ਜੇ ਲੋਕ ਪੜ੍ਹਦੇ ਨੇ, ਸਿਮਰੋ ਸਿਮਰ ਸਿਮਰ ਸੁਖ ਪਾਵੋ, ਭਾਈ ਸਿਮਰਨ ਕਰੋ ਤੁਹਾਨੂੰ ਸੁੱਖ ਮਿਲੇਗਾ। ਵਹ ਪੜ੍ਹ ਰਹੇ, ਸਿਮਰਨ ਨਹੀਂ ਕਰਦੇ। ਬਾਣੀ ਸਿੱਖਿਆ ਹੈ, ਉਪਦੇਸ਼ ਹੈ। ਇਹ ਨਿਰੀ ਪੜ੍ਹਨ ਲਈ ਨਹੀਂ, ਨਿਰੀ ਗਾਉਣ ਲਈ ਨਹੀਂ, ਨਿਰੀ ਵਿਚਾਰਨ ਲਈ ਨਹੀਂ।
ਇਹ ਤੇ ਅਮਲ ਕਰਨ ਲਈ ਹੈ। ਜੋ ਪੜ੍ਹਿਆ, ਜੋ ਗਾ ਰਹੇ ਹੋ, ਜੋ ਸੁਣਿਆ ਜਾ ਰਿਹਾ ਹੈ, ਜੋ ਵਿਚਾਰਿਆ ਜਾ ਰਿਹਾ ਹੈ, ਉਹਦਾ ਪ੍ਰੈਕਟੀਕਲ ਕਰਨਾ, ਫਿਰ ਜ਼ਿੰਦਗੀ ਬਦਲਦੀ ਹੈ। ਨਿਰੇ ਪੜ੍ਹਨ ਸੁਣਨ ਨਾਲ ਜ਼ਿੰਦਗੀ ਨਹੀਂ ਬਦਲਿਆ ਕਰਦੀ। ਪੜ੍ਹਨ ਸੁਣਨ ਨਾਲ ਤਾਂ ਗਿਆਨ ਹੁੰਦਾ ਹੈ। ਜੇ ਅਸੀਂ ਗਿਆਨ ਦੀ ਵਰਤੋਂ ਹੀ ਨਹੀਂ ਕਰਦੇ, ਫਿਰ ਸੁਖੀ ਨਹੀਂ ਅਸੀਂ ਹੋ ਸਕਦੇ। ਨਿਰਾ ਗਿਆਨ ਇਕੱਠਾ ਕਰਕੇ ਕੋਈ ਕੀ ਕਰੇਗਾ? ਤੁਸੀਂ ਅਖਬਾਰ ਪੜ੍ਹਦੇ ਰਹੇ, ਇੰਨੇ ਕਰੋਨਾ ਨਾਲ ਮਰ ਗਏ, ਆਹ ਹੋ ਗਿਆ, ਕਿਤੇ ਗੈਸ ਨਹੀਂ ਮਿਲੇ, ਕਿਤੇ ਫਲਾਣਾ, ਕਿਤੇ ਗੰਗਾ 'ਚ ਲਾਸ਼ਾਂ ਰੁੜੀਆਂ ਜਾਂਦੀਆਂ ਨੇ। ਇਹ ਗਿਆਨ ਦੇ ਨਾਲ ਤੁਸੀਂ ਸੁਖੀ ਨਹੀਂ ਹੋ ਸਕਦੇ। ਹਾਂ, ਜਿਹੜਾ ਕੋਈ ਡਾਕਟਰ ਕਹਿੰਦਾ ਭਾਈ ਇਹ ਕਰੋਨਾ ਤੋਂ ਬਚਣ ਲਈ ਨਾ ਤੁਸੀਂ ਟੀਕੇ ਲਵਾਓ, ਜਦੋਂ ਤੁਹਾਡੇ ਦੋਨੋਂ ਟੀਕੇ ਲੱਗ ਜਾਣਗੇ, ਫਿਰ ਭਾਵੇਂ ਤੁਹਾਨੂੰ ਕਰੋਨਾ ਹੋ ਵੀ ਜਾਏਗਾ, ਤੁਸੀਂ ਮਰੋਗੇ ਨਹੀਂ। ਪਰ ਜੇ ਤੁਸੀਂ ਟੀਕੇ ਨਹੀਂ ਲਵਾਏ ਤਾਂ 99% ਤੁਹਾਡੀ ਮੌਤ ਹੋ ਸਕਦੀ ਹੈ। ਸੁਣ ਲਿਆ? ਜਿਹੜੇ ਸਿਆਣੇ ਹੋਣਗੇ ਉਹ ਫਟਾਫਟ ਲਵਾ ਲੈਣਗੇ, ਅਤੇ ਦੂਜੇ ਸੋਚਦੇ ਰਹਿਣਗੇ ਲਵਾਵਾਂ ਕਿ ਨਾ ਲਵਾਵਾਂ, ਲਵਾਵਾਂ ਕਿ ਨਾ ਲਾਵਾਂ, ਕਿਤੇ ਬੁਖਾਰ ਨਾ ਚੜ੍ਹ ਜਾਏ, ਕਿਤੇ ਮੈਂ ਮਰ ਨਾ ਜਾਵਾਂ, ਕਿਤੇ ਫਲਾਣਾ ਨਾ ਹੋ ਜਾਏ। ਉਹ ਇਸ ਚਿੰਤਾ 'ਚ ਰਹਿੰਦੇ। ਕਈ ਮੈਨੂੰ ਆ ਕੇ ਪੁੱਛਣਗੇ, ਬਾਬਾ ਜੀ ਤੁਸੀਂ ਟੀਕਾ ਲਵਾ ਲਈਏ? ਮੈਂ ਤਾਂ ਭਾਈ ਦੋਨੋਂ ਲਵਾ ਲਏ। ਕਹਿੰਦੇ ਅੱਛਾ ਤੁਸੀਂ ਦੋਨੋਂ ਲਵਾ ਲਏ? ਮੈਂ ਹਾਂ ਬਈ। ਹੁਣ ਇੱਕ ਪੜ੍ਹਿਆ ਲਿਖਿਆ ਬੰਦਾ ਇੰਜੈਕਸ਼ਨ ਨਹੀਂ ਲਾਉਂਦਾ ਤਾਂ ਫਿਰ ਜੈਸਾ ਪੜ੍ਹਿਆ ਜੈਸਾ ਨਾ ਪੜ੍ਹਿਆ। ਕੱਲ੍ਹ ਨੂੰ ਕੋਈ ਹੋ ਜਾਂਦੀ ਗੱਲ ਤਾਂ ਕੇ ਬਾਬਾ ਜੀ ਤੁਸੀਂ ਸਿਆਣੇ ਬਿਆਣੇ ਸੀ, ਤੁਸੀਂ ਟੀਕੇ ਨਹੀਂ ਲਵਾਇਆ, ਇੰਨਾ ਰੌਲਾ ਪੈ ਰਿਹਾ ਹੈਗਾ। ਮੈਂ ਭਾਈ ਮੈਂ ਤਾਂ ਅਪ੍ਰੈਲ 'ਚ ਦੋਨੋਂ ਲਵਾ ਲਏ ਸਨ। ਇਹ ਸੁਣ ਕੇ ਫਿਰ ਕਈ ਲਵਾਉਣ ਲੱਗ ਪਏ ਨੇ। ਹੁਣ ਵੀ ਮੈਂ ਸੰਗਤ ਨੂੰ ਬੇਨਤੀ ਕਰਦਾ, ਜਿਹਦੀ ਵੀ 18 ਸਾਲ ਤੋਂ ਵੱਧ ਉਮਰ ਹੈ ਉਸ ਨੂੰ ਛੇਤੀ ਤੋਂ ਛੇਤੀ ਇਹ ਟੀਕੇ ਲਵਾ ਲੈਣੇ ਚਾਹੀਦੇ ਹਨ। ਜਿਹੜਾ ਅਗਲਾ ਪੜਾਅ ਹੋਣਾ ਹੈ ਉਹ ਫਿਰ 2 ਸਾਲ ਤੋਂ ਲੈ ਕੇ 18 ਸਾਲ ਦੀ ਉਮਰ ਵਾਲਿਆਂ ਨੂੰ ਟੀਕੇ ਲੱਗਣੇ ਨੇ। ਅਜੇ ਪਹਿਲਾਂ ਤਾਂ 45 ਸਾਲ ਤੋਂ ਲੈ ਕੇ ਉੱਪਰ ਵਾਲੀ ਉਮਰ ਵਾਲਿਆਂ ਨੂੰ ਟੀਕੇ ਲੱਗ ਰਹੇ ਨੇ ਧੜਾ ਧੜ। ਹੁਣ ਡਾਕਟਰ ਕਹਿੰਦੇ ਭਾਈ ਜਿਹੜੇ 18 ਸਾਲ ਤੋਂ ਉੱਪਰ ਉਹ ਵੀ ਫਟਾਫਟ ਲਵਾ ਲਓ, ਅਤੇ ਜਿਹੜਾ ਤੀਜੀ ਵਾਰ ਆਉਣੇ ਉਹ 2 ਸਾਲ ਤੋਂ ਲੈ ਕੇ 18 ਸਾਲ ਦੇ ਲੱਗ ਰਹੇ ਨੇ। ਇਸ ਲਈ ਵੇਲੇ ਸਿਰ ਇਹ ਟੀਕੇ ਲਵਾ ਲੈਣੇ ਚਾਹੀਦੇ ਨੇ। ਇਹ 'ਚ ਸਾਡਾ ਭਲਾ ਹੈ। ਜਿਹੜੀ ਆਪਣੇ ਭਲੇ ਦੀ ਗੱਲ ਹੈ ਉਹ ਜ਼ਰੂਰ ਮੰਨ ਲੈਣੀ ਚਾਹੀਦੀ ਆਪਣੇ ਭਲੇ। ਜੇ ਮੈਂ ਭਜਨ ਬੰਦਗੀ ਕਰਾਂਗਾ ਤਾਂ ਮੇਰਾ ਹੀ ਭਲਾ ਹੈ। ਪਰ ਜਦੋਂ ਭਲਾ ਹੁੰਦਾ ਹੈ ਫਿਰ ਬੰਦਾ ਦੂਜੇ ਨੂੰ ਵੀ ਕਹਿੰਦਾ ਕਿ ਭਾਈ ਤੂੰ ਐਂ ਕਰ ਲੈ, ਤੇਰਾ ਵੀ ਭਲਾ ਹੋਵੇਗਾ। ਮੰਨ ਲਓ ਮੈਨੂੰ ਪਾਠ ਕਰਕੇ, ਸਿਮਰਨ ਕਰਕੇ, ਕਥਾ ਵਾਰਤਾ ਕਰਕੇ, ਸਿੱਖ ਸੰਥਿਆ ਦੇ ਕੇ ਆਪ ਹੀ ਕੋਈ ਲਾਭ ਨਾ ਹੁੰਦਾ ਤਾਂ ਮੈਂ ਕੋਈ ਕਮਲਾ ਵੀ ਐਵੇਂ ਲੱਗਾ ਰਹਿੰਦਾ ਤੈਨੂੰ। ਬੰਦੇ ਨੂੰ ਆਪ ਨੂੰ ਲਾਭ ਹੁੰਦਾ ਹੈ। ਫਿਰ ਉਹ ਕਹਿੰਦਾ ਕਿਉਂਕਿ ਧਾਰਮਿਕ ਬੰਦਾ ਸਵਾਰਥੀ ਨਹੀਂ ਹੁੰਦਾ। ਉਹ ਕਹਿੰਦਾ ਵੀ ਮੈਨੂੰ ਕਈ ਪ੍ਰਕਾਰ ਦਾ ਬਾਣੀ ਪੜ੍ਹ ਕੇ ਨਾ ਲਾਭ ਹੋਇਆ ਵੀ ਦੂਜਿਆਂ ਨੂੰ ਵੀ ਲਾਭ ਹੋ ਜਾਵੇ। ਉਹ ਚਾਹੁੰਦਾ ਦੂਜਿਆਂ ਨੂੰ ਵੀ ਲਾਭ ਹੋਵੇ, ਇਸ ਲਈ ਉਹ ਕਹਿੰਦਾ ਰਹਿੰਦਾ ਭਾਈ ਬਾਣੀ ਪੜ੍ਹੋ, ਨਾਮ ਜਪੋ, ਨਹੀਂ ਪੜ੍ਹਨੀ ਆਉਂਦੀ ਅਸੀਂ ਤੁਹਾਨੂੰ ਸਿਖਾ ਦੇਵਾਂਗੇ। ਸੋ ਇਸ ਲਈ ਜੋ ਵੀ ਤੁਸੀਂ ਸੁਣੋ ਚੰਗੀ ਗੱਲ ਉਹਦਾ ਪ੍ਰੈਕਟੀਕਲ ਕਰੋ, ਉਸ 'ਤੇ ਅਮਲ ਕਰੋ, ਫਿਰ ਜਾ ਕੇ ਸਾਡੀ ਕੋਈ ਗੱਲ ਬਣੇਗੀ। ਇਹ ਨਹੀਂ ਕਿ ਨਿਰਾ ਪੜ੍ਹ ਲਿਆ ਜੀ। ਪਈ ਅੜੈ ਸੁਖ ਦਾਤਾ ਜਤ, ਜਿਨ੍ਹਾਂ ਨੇ ਇਸ ਮਾਤ ਲੋਕ 'ਚ ਰਹਿੰਦਿਆਂ ਪਾ ਮਨੁੱਖਾ ਜੀਵਨ ਦੇ ਵਿੱਚ ਇਹ ਜਾਣ ਲਿਆ ਕਿ ਪਰਮਾਤਮਾ ਸੁੱਖਾਂ ਦਾ ਦਾਤਾ ਹੈ। ਉਹ ਇੱਕ ਅੱਧਾ ਸੁੱਖ ਦੇਣ ਵਾਲਾ ਨਹੀਂ, ਉਹ ਤਾਂ ਦਾਤਾ ਹੈ। ਉਹ ਕੋਲ ਪਤਾ ਹੀ ਨਹੀਂ ਕਿੰਨੇ ਕੁ ਸੁੱਖ ਨੇ। ਹਉਮੈ ਮਾਰ ਗੁਰ ਸ਼ਬਦ ਪਛਤ, ਜਦੋਂ ਮਨੁੱਖ ਗੁਰੂ ਦੇ ਸ਼ਬਦ ਦੀ ਵਰਤੋਂ ਕਰਦਾ, ਬਾਣੀ ਅਨੁਸਾਰ ਜੀਵਨ ਜਿਉਂਦਾ ਅਤੇ ਸਿਮਰਨ ਕਰਦਾ, ਉਹਦੇ ਅੰਦਰ ਹਉਮੈ ਖਤਮ ਹੋ ਜਾਂਦੀ ਹੈ। ਜਿਉਂ ਹੀ ਹਉਮੈ ਖਤਮ ਹੁੰਦੀ ਹੈ ਪਛਤ ਉਹ ਪਰਮਾਤਮਾ ਨੂੰ ਜਾਣ ਲੈਂਦਾ ਹੈ। ਇਹ ਜਿਹੜੀ ਹਉਮੈ ਇਹ ਵਿੱਚ ਵੱਡੀ ਰੁਕਾਵਟ ਹੈ। ਜਿੱਥੇ ਹਉਮੈ ਉੱਥੇ ਮੈਂ ਹੁੰਦਾ, ਜਿੱਥੇ ਮੈਂ ਹੋਏਗਾ ਉੱਥੇ ਤੂੰ ਨਹੀਂ ਹੋਏਗਾ।
ਤੇ ਜਿੱਥੇ ਤੂੰ ਹੋਏਗਾ ਉੱਥੇ ਮੈਂ ਨਹੀਂ ਹੁੰਦੀ। ਇਹ ਮੈਂ ਤੋਂ ਸਫ਼ਰ ਕਰਦਿਆਂ ਤੂੰ ਤੇ ਪਹੁੰਚਣਾ, ਬਸ ਇੰਨਾ ਹੀ ਸਫ਼ਰ ਹੈ। ਪਹਿਲੇ ਕਹਿੰਦਾ ਮੈਂ ਪਾਠ ਕਰ ਰਿਹਾ ਹਾਂ, ਮੈਂ ਕਥਾ ਕਰ ਰਿਹਾ ਹਾਂ, ਮੈਂ ਪਾਠ ਸੁਣ ਰਿਹਾ ਹਾਂ, ਮੈਂ ਕੀਰਤਨ ਕਰਦਾ ਹਾਂ, ਮੈਂ ਕੀਰਤਨ ਸੁਣ ਰਿਹਾ ਹਾਂ, ਮੈਂ ਆ ਕਰਦਾ ਹਾਂ, ਮੈਂ ਉਹ ਕਰ ਸਕਦਾ ਹਾਂ। ਇਹ ਮੈਂ ਤੋਂ ਸਫ਼ਰ ਸ਼ੁਰੂ ਹੋਇਆ, ਪਹੁੰਚਣਾ ਕਿਤੇ ਤੂੰ ਤੇ ਵੀ ਨਹੀਂ। ਮੈਂ ਜੋ ਕੁਝ ਕਰ ਰਿਹਾ ਉਹ ਤੇਰੇ ਹੁਕਮ 'ਚ ਕਰ ਰਿਹਾ ਹਾਂ, ਮੇਰੀ ਮਰਜ਼ੀ ਨਹੀਂ ਚੱਲਦੀ, ਉਹਦਾ ਹੁਕਮ ਚੱਲਦਾ। ਹੁਕਮੀ ਹੋਵਨ ਆਕਾਰ, ਹੁਕਮ ਨਾ ਕਹਿਆ ਜਾਈ, ਹੁਕਮੀ ਹੋਵਨ ਜੀ, ਹੁਕਮ ਮਿਲੈ ਵਡਿਆਈ। ਹੁਕਮੀ ਉੱਤਮ ਨੀਚ, ਹੁਕਮ ਲਿਖ ਦੁੱਖ ਸੁਖ ਪਾਈਐ। ਇੱਕ ਨਾ ਹੁਕਮੀ ਬਖਸ਼ੀਸ਼, ਇੱਕ ਹੁਕਮੀ ਸਦਾ ਭਵਾਈਐ। ਹੁਕਮੇ ਅੰਦਰ ਸਭ ਕੋ, ਬਾਹਰ ਹੁਕਮ ਨਾ ਕੋਈ। ਸਾਰੇ ਉਹਦੇ ਹੁਕਮ 'ਚ ਨੇ, ਸਿਰਫ ਉਹ ਆਪ ਹੁਕਮ ਤੋਂ ਬਾਹਰ ਹੈ। ਅਤੇ ਉਹਦਾ ਹੁਕਮ ਹੈ ਬਾਣੀ ਰਾਹੀਂ ਕਿ ਭਾਈ ਤੁਸੀਂ ਸ਼ੁਭ ਕਰਮ ਕਰੋ ਅਤੇ ਨਾਮ ਜਪੋ। ਫਿਰ ਜਦੋਂ ਗੁਰੂ ਦੇ ਸ਼ਬਦ ਰਾਹੀਂ ਉਹਦੀ ਹਉਮੈ ਮਰ ਜਾਂਦੀ ਹੈ, ਫਿਰ ਉਹ ਪਰਮਾਤਮਾ ਪਹਿਚਾਣ ਲੈਂਦਾ, ਭਾਵ ਜਾਣ ਲੈਂਦਾ ਹੈ। ਫਿਰ ਕੀ ਕਰਦਾ? ਸੇਜ ਸੁਹਾਵੀ। ਸੇਜ ਹੋਈ ਤੇ ਬੈੱਡ ਨੂੰ ਕਹਿੰਦੇ ਨੇ, ਇੱਥੇ ਪਾ ਮਨ, ਮਨ ਰੂਪੀ ਸੇਜ ਉਹਦੀ ਸੁਹਾਵਣੀ ਹੋ ਜਾਂਦੀ ਹੈ। ਸਦਾ ਪਿਰ ਰਾਵੇ, ਉਹ ਸਦਾ ਹੀ ਪ੍ਰਭੂ ਪਤੀ ਦਾ ਨਾਮ ਜਪਦਾ ਰਹਿੰਦਾ ਹੈ। ਸੱਚ ਸ਼ਿੰਗਾਰ ਬਣਾਵਣੇ, ਅਤੇ ਉਹ ਪਰਮਾਤਮਾ ਦੇ ਨਾਮ ਨੂੰ ਹੀ ਸ਼ਿੰਗਾਰ ਬਣਾਉਂਦੀ ਹੈ। ਪਰਮਾਤਮਾ ਦਾ ਨਾਮ ਅਸਲ 'ਚ ਸ਼ਿੰਗਾਰ ਹੈ। ਜਿਨ੍ਹਾਂ ਨੇ ਪਰਮਾਤਮਾ ਦੇ ਨਾਮ ਨੂੰ ਸ਼ਿੰਗਾਰ ਬਣਾ ਲਿਆ, ਉਹਨੂੰ ਬਾਹਰਲੇ ਸ਼ਿੰਗਾਰਾਂ ਦੀ ਲੋੜ ਨਹੀਂ ਰਹਿੰਦੀ। ਸੰਸਾਰੀ ਬੰਦੇ ਕਈ ਵਾਰੀ ਹਾਰ ਸ਼ਿੰਗਾਰ ਕਰਦੇ ਹਨ, ਪਰ ਜਿਹੜੇ ਸੰਤ ਮਹਾਤਮਾ ਦੀ ਪਦਵੀ 'ਤੇ ਪਹੁੰਚ ਜਾਂਦੇ ਨੇ, ਉਹ ਕੋਈ ਹਾਰ ਸ਼ਿੰਗਾਰ ਨਹੀਂ ਕਰਦੇ। ਇੱਕ ਵਾਰੀ ਮੈਂ ਇੱਕ ਮਹਾਂਪੁਰਖਾਂ ਦੇ ਛਾਪ ਪਾਈ ਹੋਈ ਵੇਖੀ, ਜੇ ਮੈਂ ਵੀ ਪਾਈ ਹੋਈ ਹੈ। ਮੈਂ ਕਿਹਾ ਬਾਬਾ ਜੀ, ਮੈਂ ਇੱਕ ਬੇਨਤੀ ਕਰਨੀ ਵੀ ਜਿਹੜਾ ਮੈਂ ਬਾਣੀ 'ਚ ਪੜ੍ਹਿਆ ਹੈ ਕਿ ਸਾਧੂਆਂ ਸੰਤਾਂ ਨੂੰ ਕਿਸੇ ਹਾਰ ਸ਼ਿੰਗਾਰ ਦੀ ਲੋੜ ਨਹੀਂ ਪੈਂਦੀ, ਤੁਸੀਂ ਛਾਪ ਕਿਉਂ ਪਾਈ ਹੈ? ਕਹਿੰਦੇ ਭਾਈ, ਬਾਹਰਲਾ ਇੱਕ ਬੰਦਾ ਆਇਆ ਸੀ ਸ਼ਰਧਾਲੂ, ਉਹ ਕਹਿੰਦਾ ਜੀ ਮੈਂ ਤੁਹਾਨੂੰ ਛਾਪ ਭੇਟ ਕਰਨੀ। ਅਸੀਂ ਕਿਹਾ ਚੰਗਾ ਭਾਈ ਪਾ ਲੈ। ਉਹਨੇ 1-2 ਦਿਨ ਰਹਿਣੇ, ਜੇ ਮਿਲਣ ਆਇਆ ਤਾਂ ਉਹਨੇ ਕਹਿਣਾ ਵੀ ਮੇਰੀ ਛਾਪ ਜੀ ਬਾਬਾ ਜੀ ਨੇ ਪਾਈ ਨਹੀਂ ਹੈ, ਕਦਰ ਨਹੀਂ ਕੀਤੀ। ਉਹ ਪਰਸੋਂ ਨੂੰ ਉਹਨੇ ਚਲੇ ਜਾਣਾ, ਅਸੀਂ ਲਾ ਕੇ ਰੱਖ ਦੇਣੀ। ਅਸੀਂ ਭਾਈ ਕਹਿੰਦੇ ਕੀ ਕਰਨੀ? ਕਹਿੰਦੇ ਇਸ ਲਈ ਵੀ ਕਈ ਵਾਰੀ ਸਾਨੂੰ 1-2 ਘੰਟੇ ਲਈ ਚੀਜ਼ ਪਾਉਣੀ ਪੈਂਦੀ ਹੈ। ਹੁਣ ਕਹਿ ਮੰਨ ਲਓ ਤੁਸੀਂ ਬਸਤਰ ਦੇ ਗਏ, ਬਾਬਾ ਜੀ ਸਾਡੇ ਜ਼ਰੂਰ ਪਾਇਓ ਜੀ। ਅਸੀਂ ਭਾਈ ਭਾਵੇਂ 1 ਧੋ ਪਾਈਏ, 2 ਧੋ ਪਾਈਏ, ਫਿਰ ਉਹ ਪਾ ਲੈਂਦੇ ਵੀ ਚਲੋ ਅਗਲੇ ਦਾ ਮਨ ਖੁਸ਼ ਹੋ ਗਏ, ਸ਼ਰਧਾ ਨਾਲ ਲਿਆ ਹੋਇਆ ਹੈ। ਹੋਰ ਕਹਿੰਦੇ ਭਾਈ ਵਾਕਈ ਸੰਤਾਂ ਮਹਾਤਮਾ ਨੂੰ ਕਿਸੇ ਹਾਰ ਸ਼ਿੰਗਾਰ ਦੀ ਲੋੜ ਨਹੀਂ ਹੁੰਦੀ, ਪਰਮਾਤਮਾ ਦਾ ਨਾਮ ਹੀ ਉਹਨਾਂ ਦਾ ਹਾਰ ਸ਼ਿੰਗਾਰ ਹੁੰਦਾ ਹੈ। 1,84 ਜੀ ਉਪਾਏ, ਪਰਮਾਤਮਾ ਨੇ 84 ਲੱਖ ਜੂਨੀਆਂ ਦੇ ਜੀਅ ਪੈਦਾ ਕੀਤੇ। ਜਿਸ ਨੂੰ ਨਦਰ ਕਰੇ ਤਿਸ ਗੁਰੂ ਮਿਲਾਏ। ਨਦਰ ਹੁੰਦੀ ਕਿਰਪਾ ਦ੍ਰਿਸ਼ਟੀ। ਜਿਸ 'ਤੇ ਪਰਮਾਤਮਾ ਕਿਰਪਾ ਦ੍ਰਿਸ਼ਟੀ ਕਰਦਾ, ਉਹਦਾ ਗੁਰੂ ਨਾਲ ਮੇਲ ਕਰਾਉਂਦਾ ਹੈ। ਜੇ ਆਪਾਂ ਗੁਰੂ ਵਾਲੇ ਹਾਂ, ਸਮਝੋ ਪਰਮਾਤਮਾ ਦੀ ਸਾਡੇ 'ਤੇ ਕਿਰਪਾ ਹੈ। ਜੇ ਉਹਦੀ ਕਿਰਪਾ ਨਾਲ ਸਾਡਾ ਮਨ ਹੀ ਨਹੀਂ ਸੀ ਮੰਨਣਾ। ਅਸੀਂ ਪਾਠ ਵੀ ਕਰੀ ਜਾਣਾ ਸੀ, ਕਥਾ ਵੀ ਸੁਣੀ ਜਾਣੀ ਸੀ, ਪਰ ਸਾਡਾ ਮਨ ਹੀ ਨਹੀਂ ਸੀ ਮੰਨਣਾ ਗੁਰੂ ਧਾਰਨ ਕਰਨ ਨੂੰ, ਕਿਉਂਕਿ ਉਹਦੀ ਕਿਰਪਾ ਹੀ ਨਹੀਂ ਹੈ। ਜਦੋਂ ਕਿਰਪਾ ਹੁੰਦੀ, ਕਈ ਵਾਰੀ ਕਿਰਪਾ ਬੱਚੇ 'ਤੇ ਹੀ ਹੋ ਜਾਂਦੀ ਹੈ, ਅਤੇ ਕਈ ਵਾਰੀ ਬੁੱਢ ਮਰਨ ਤੱਕ ਵੀ ਕਿਰਪਾ ਨਹੀਂ ਹੁੰਦੀ, ਬੰਦਾ ਉਸ ਤੋਂ ਤੁਰ ਜਾਂਦਾ ਸੰਸਾਰ ਤੋਂ। ਕਈ ਵਾਰੀ ਮਾਂ ਪਿਓ ਅੰਮ੍ਰਿਤਧਾਰੀ ਹੁੰਦੇ ਨੇ, ਬੱਚੇ ਨੇ ਅੰਮ੍ਰਿਤ ਛਕਿਆ ਹੁੰਦਾ ਹੈ। ਬੱਚੇ ਨੇ ਅੰਮ੍ਰਿਤ ਛਕਿਆ ਹੁੰਦਾ। ਕਈ ਵਾਰੀ ਮਾਂ ਪਿਓ ਨੇ ਅੰਮ੍ਰਿਤ ਛਕਿਆ ਹੁੰਦਾ, ਬੱਚਿਆਂ ਨੇ ਨਹੀਂ ਛਕਿਆ ਹੁੰਦਾ। ਮਾਂ ਪਿਓ 'ਤੇ ਕਿਰਪਾ ਆ ਗਈ, ਉਹਨਾਂ ਛਕ ਲਿਆ, ਬਾਕੀ ਤਾਂ ਨਹੀਂ ਕਿਰਪਾ ਨਹੀਂ ਹੋਈ।
ਜਦੋਂ ਕਿਰਪਾ ਹੋ ਜਾਏਗੀ ਆਪਣੇ ਆਪ ਹੀ ਮਨ ਤਿਆਰ ਹੋ ਜਾਂਦਾ ਹੈ। ਸੋ ਜਿਸ ਨੂੰ ਨਜ਼ਰ ਕਰੇ ਤਿਸ ਗੁਰੂ ਬੁਲਾਏ। ਜਿਸ 'ਤੇ ਪਰਮਾਤਮਾ ਕਿਰਪਾ ਦ੍ਰਿਸ਼ਟੀ ਕਰਦਾ ਉਹਨੂੰ ਗੁਰੂ ਨਾਲ ਮੇਲ ਕਰਾਉਂਦਾ ਹੈ। ਫਿਰ ਜੇ ਗੁਰੂ ਨਾਲ ਮੇਲ ਹੁੰਦਾ ਫਿਰ ਕੀ ਨਤੀਜਾ ਨਿਕਲਦਾ? ਕਿਲ ਬਿਖ ਕਾੜ ਸਦਾ ਜਨ ਨਿਰਮਲ ਦਰ ਸੱਚੈ ਨਾਮ ਸੁਹਾਵਨ। ਫਿਰ ਮਨੁੱਖ ਗੁਰੂ ਤੋਂ ਗੁਰਮੰਤਰ ਰਹਿੰਦਾ ਹੈ, ਜਿਹਨੂੰ ਆਮ ਸ਼ਬਦ ਕੇ ਨਾਮ ਜਪਣ ਨਾਮ ਹੈ। ਉਹ ਗੁਰਮੰਤਰ ਉਸ ਨੂੰ ਮਿਲਦਾ ਹੈ। ਫਿਰ ਉਹ ਗੁਰਮੰਤਰ ਦਾ ਜਾਪ ਕਰਦਾ ਹੈ। ਕਿਲ ਵਿਖ ਕਾਟ, ਫਿਰ ਆਪਣੇ ਕੀਤੇ ਪਾਪਾਂ ਨੂੰ ਕੱਟ ਲੈਂਦਾ ਹੈ। ਕਿਲ ਵਿਖ ਪਾਪ ਹੁੰਦੇ ਨੇ, ਖਤਾ ਵੀ ਪਾਪ ਹੁੰਦਾ। ਅਸੀਂ ਖਤੇ ਬਹੁਤ ਕਮਾਉਂਦੇ, ਅੰਤ ਨਾ ਪਾਰਾਵਾਰ। ਕਿਰਪਾ ਕਰਕੇ ਬਖਸ਼ ਲਿਓ, ਹਮ ਪਾਪੀ ਵੱਡ ਗੁਨਾਹਗਾਰ। ਮਨੁੱਖ ਗਲਤੀਆਂ ਕਰਦਾ ਰਹਿੰਦਾ ਹੈ, ਇਹ 'ਚ ਕੋਈ ਸ਼ੱਕ ਨਹੀਂ। ਗਲਤੀ ਜਾਣੇ ਅਣਜਾਣੇ 'ਚ ਹੋ ਗਈ ਹੈ, ਜਦੋਂ ਸੋਝੀ ਆਈ ਉਸ ਨੂੰ ਸੁਧਾਰ ਲੈਣਾ ਚਾਹੀਦਾ ਹੈ। ਕਈ ਗਲਤੀਆਂ ਆਪਣੇ ਆਪ ਨੂੰ ਪਤਾ ਹੁੰਦੀਆਂ, ਦੂਜਿਆਂ ਨੂੰ ਅਜੇ ਨਹੀਂ ਪਤਾ ਹੁੰਦੀਆਂ। ਇਸ ਲਈ ਫਟਾਫਟ ਸੁਧਾਰ ਲੈਣਾ ਚਾਹੀਦਾ। ਅਜਿਹਾ ਨਾ ਹੋਵੇ ਕਿ ਤੁਹਾਡੀ ਗਲਤੀ ਦਾ ਦੂਜਿਆਂ ਨੂੰ ਪਤਾ ਲੱਗ ਜਾਏ ਅਤੇ ਲੋਕਾਂ ਨੇ ਤੁਹਾਨੂੰ ਛੱਜ 'ਚ ਪਾ ਕੇ ਛੱਡਣਾ। ਕਹਾਵਤ ਹੈ ਪੰਜਾਬੀ, ਛੱਜ 'ਚ ਪਾ ਕੇ ਛੱਡਣਾ। ਇੱਕ ਵਾਰੀ ਇੱਕ ਮਹਾਂਪੁਰਖ ਦੀਵਾਨ ਲਾ ਕੇ ਹਟੇ, ਕਹਿੰਦੇ ਭਾਈ ਜਿਹੜੀ ਸੰਗਤ ਹੈ ਬਖਸ਼ਣਯੋਗ ਹੈ। ਵਿਚਾਰਾ ਕਰਦੇ ਅਨੇਕਾਂ ਭੁੱਲਾਂ ਚੁੱਕਾਂ ਹੋ ਗਈਆਂ, ਸੰਗਤ ਬਖਸ਼ਣਯੋਗ ਹੈ, ਸਾਨੂੰ ਭਾਈ ਬਖਸ਼ ਦੇਣਾ। ਬਾਅਦ 'ਚ ਮੈਂ ਉਹਨਾਂ ਨੂੰ ਮਿਲਿਆ, ਲੰਗਰ ਪਾਣੀ ਛਕ ਰਿਹਾ ਸੀ। ਮੈਂ ਬਾਬਾ ਜੀ ਤੁਸੀਂ ਮਾਫ਼ੀ ਮੰਗੋ ਚਾਹੇ ਨਾ ਮੰਗੋ, ਇਹਨਾਂ ਲੋਕਾਂ ਨੇ ਤੁਹਾਨੂੰ ਮਾਫ਼ੀ ਨਹੀਂ ਦੇਣੀ। ਤੁਸੀਂ ਇੱਕ ਵੀ ਸ਼ਬਦ ਗਲਤ ਬੋਲਦੇ ਨਾ ਸਟੇਜ 'ਤੇ, ਅਗਲੇ ਦਿਨ ਹੀ ਆ ਜਾਣਾ ਤੁਹਾਡੀ ਨਿੰਦਿਆ ਦੇ, ਤੜਾ ਤੜ ਮੋਬਾਈਲਾਂ 'ਤੇ ਆ ਜਾਣਾ। ਬਾਬਿਆਂ ਨੇ ਐਂ ਕਿਹਾ, ਤੁਸੀਂ ਮੰਗੀ ਜੇ ਮਾਫ਼ੀ, ਨਹੀਂ ਮਾਫ਼ ਕਰਦੇ ਲੋਕ। ਇਸ ਲਈ ਕੋਈ ਫਾਇਦਾ ਹੀ ਨਹੀਂ ਮਾਫ਼ੀ ਮੰਗਣ ਦਾ। ਮਾਫ਼ ਕਰਦੇ ਸਿਰਫ ਅਤੇ ਸਿਰਫ ਪਰਮਾਤਮਾ ਜਾਂ ਗੁਰੂ। ਮੈਂ ਦੇਖਿਆ ਲੋਕ ਮਾਫ਼ ਨਹੀਂ ਕਰਦੇ ਨਾ, ਇਹ ਤਾਂ ਤੁਹਾਡੇ ਤੋਂ ਗਲਤੀ ਹੋਈ ਨਹੀਂ, ਇਹਨਾਂ ਤੁਹਾਨੂੰ ਛੱਜ 'ਚ ਪਾ ਕੇ ਛੱਟਿਆ ਨਹੀਂ। ਤਾਂ ਜਿਹੜੇ ਉੱਥੇ ਨਹੀਂ ਵੀ ਸੁਣ ਰਹੇ ਸੀ ਇਹਨਾਂ ਲੋਕਾਂ ਨੂੰ, ਉਹਨਾਂ ਨੂੰ ਵੀ ਦੱਸ ਦੇਣਾ ਵੀ ਐਂ ਬਾਬਿਆਂ ਨੇ ਕਿਹਾ। ਮੈਂ ਇਸ ਲਈ ਕੋਈ ਲੋੜ ਨਹੀਂ ਇਹਨਾਂ ਲੋਕਾਂ ਤੋਂ ਮਾਫ਼ੀ ਮੰਗਣ ਦੀ। ਮਾਫ਼ੀ ਮੰਗਣੀ ਗੁਰੂ ਮਹਾਰਾਜ ਤੋਂ, ਸੱਚੇ ਪਾਤਸ਼ਾਹ ਆਪ ਜੀ ਦੀ ਪਵਿੱਤਰ ਬਾਣੀ ਦਾ ਜਾਪ ਕਰਦੇ ਹਾਂ, ਕੀਰਤਨ ਕਰਦੇ ਹਾਂ, ਕਥਾ ਵਿਚਾਰਾ ਕਰਦੇ ਹਾਂ, ਅਨੇਕਾਂ ਭੁੱਲਾਂ ਚੁੱਕਾਂ ਹੋ ਗਈਆਂ ਜੀ, ਆਪ ਬਖਸ਼ਿੰਦ ਹੋ। ਆਪ ਜੀ ਦਾਸ ਨੂੰ ਬਖਸ਼ ਲੈਣਾ ਬਸ। ਗੁਰੂ ਤੋਂ ਮਾਫ਼ੀ ਮੰਗਣੀ ਹੈ, ਲੋਕਾਂ ਤੋਂ ਮਾਫ਼ੀ ਮੰਗਣ ਦੀ ਲੋੜ ਨਹੀਂ। ਉਹਨਾਂ ਨੂੰ ਗੱਲ ਜੱਚ ਗਈ, ਕਹਿੰਦੇ ਹਾਂ ਬਾਬਾ ਜੀ ਗੱਲ ਤਾਂ ਤੁਹਾਡੀ ਠੀਕ ਹੈ। ਮੈਂ ਤਾਂ ਕਿਤੇ ਦੇਖਿਆ ਨਹੀਂ। ਮੈਂ ਇੱਕ ਵਾਰੀ ਮਹਾਂਪੁਰਖਾਂ ਤੋਂ ਜੋਸ਼ 'ਚ ਆ ਕੇ ਸਟੇਜ 'ਤੇ ਲੱਗੇ ਸਨ ਕੋਈ ਗੱਲ, ਉਹਨਾਂ ਨੇ ਕਹਿਣਾ ਸੀ ਗੁਰੂ ਗੋਬਿੰਦ ਸਿੰਘ ਦਾ ਕੌਣ ਮੁਕਾਬਲਾ ਕਰ ਸਕਦਾ ਹੈ। ਉਹਨਾਂ ਦੇ ਮੂੰਹ ਜੋਸ਼ 'ਚ ਆ ਕੇ ਗੁਰੂ ਗੋਬਿੰਦ ਸਿੰਘ ਦਾ ਕੌਣ ਮੁਕਲਾਵਾ ਲੈ ਸਕਦਾ ਹੈ। ਉਹਨਾਂ ਮਗਰੋਂ ਮੁਆਫੀ ਵੀ ਸੰਗਤ ਤੋਂ ਮੰਗੀ, ਬੜੀ ਵੀ ਸਾਡੇ ਤੋਂ ਗਲਤੀ ਬੋਲੇ ਗਏ, ਸੰਗਤ ਨੇ ਮੁਆਫ ਹੀ ਨਹੀਂ ਕੀਤਾ। ਸ਼ੇਮ ਸ਼ੇਮ, ਹੇਠਾਂ ਉਤਰੋ, ਹੇਠ ਸਟੇਜ ਤੋਂ ਲਾ ਕੇ ਹੀ ਹਟੇ। ਵੇ ਲੋਕ ਨਹੀਂ ਮੁਆਫ ਕਰਦੇ, ਇਹਦੇ ਕੋਈ ਫਾਇਦਾ ਹੀ ਨਹੀਂ ਇਹਨਾਂ ਤੋਂ ਮਾਫੀਆਂ ਮੂਫੀਆਂ ਮੰਗਣ ਦਾ। ਗੁਰੂ ਮਹਾਰਾਜ ਤੋਂ ਮਾਫੀ ਮੰਗਣੀ ਹੈ, ਜੇ ਸੱਚੇ ਦਿਲੋਂ ਮੰਗੇ ਗੁਰੂ ਮਹਾਰਾਜ ਜ਼ਰੂਰ ਮਾਫ ਕਰ ਦਿੰਦੇ ਨੇ। ਸੋ ਕਹਿੰਦੇ ਜਦੋਂ ਗੁਰੂ ਮਿਲਦਾ ਹੈ, ਕਿਲ ਵਿਖ ਕਾੜ ਸਦਾ ਜਨ ਨਿਰਮਲ। ਫਿਰ ਉਹ ਬੰਦਾ ਨਾਮ ਜਪਦਾ, ਉਹ ਜਿਹੜੇ ਪਾਪ ਨੇ ਉਹ ਕੱਟ ਜਾਂਦੇ ਨੇ, ਫਿਰ ਉਹ ਸਦਾ ਲਈ ਨਿਰਮਲ ਹੋ ਜਾਂਦਾ ਹੈ। ਦਰ ਸੱਚੈ ਨਾਮ ਸੁਹਾਵਨ। ਨਾਮ ਜਪਣ ਕਰਕੇ ਜਦੋਂ ਪਰਮਾਤਮਾ ਦੇ ਦਰ 'ਤੇ ਜਾਂਦਾ ਉਹ ਸੋਹਣਾ ਲੱਗਦਾ ਹੈ, ਉਹ ਚੰਗਾ ਲੱਗਦਾ ਹੈ, ਉਹਦਾ ਆਦਰ ਮਾਣ ਹੁੰਦਾ ਹੈ, ਕਿਉਂਕਿ ਇਹਨੇ ਨਾਮ ਜਪਿਆ। ਨਾਮ ਨਾਲ ਪਹਿਲਾਂ ਦੇ ਸਾਰੇ ਪਾਪ ਖਤਮ ਕਰ ਲਏ, ਹਿਰਦਾ ਸ਼ੁੱਧ ਹੋ ਗਿਆ ਹੈ, ਪਰਮਾਤਮਾ ਦਰ 'ਤੇ ਗਿਆ, ਸਤਿਕਾਰ ਹੋਇਆ ਹੈ। ਲੇਖਾ ਮੰਗੈ ਤਾਂ ਕਿਨ ਦੀਐ, ਸੁਖ ਨਾਹੀਂ ਫੁਨ ਦੂਐ ਤੀਐ। ਆਪੇ ਬਖਸ਼ ਲਏ ਪ੍ਰਭ ਸਾਚਾ, ਆਪੇ ਬਖਸ਼ ਮਿਲਾਵਣਿਆ। ਲੇਖਾ ਮੰਗੈ, ਜੇ ਪਰਮਾਤਮਾ ਸਾਡੇ ਕਰਮਾਂ ਦਾ ਹਿਸਾਬ ਕਿਤਾਬ ਮੰਗੇ ਨਾ,
ਤਾਂ ਕਿਨ ਦੀਏ, ਕੋਈ ਹਿਸਾਬ ਕਿਤਾਬ ਨਹੀਂ ਦੇ ਸਕਦਾ ਕਿ ਪਤਾ ਹੀ ਨਹੀਂ ਕਿੰਨੇ ਕੁ ਗਲਤ ਮਲਤ ਕਰਮ ਕੀਤੇ ਨੇ। ਲੇਖ ਹੈ ਕਤੇ ਨਾ ਛੁਟੀਏ, ਖਿੰਡ ਖਿੰਡ ਭੂਲਣ ਹਾਰ, ਬਖਸ਼ਣ ਹਾਰ ਬਖਸ਼ ਲੈ। ਅਸੀਂ ਤਾਂ ਇੱਕ ਖਿੰਨ ਖਿੰਨ ਗਲਤੀਆਂ ਮਲਤੀਆਂ ਕਰਦੇ, ਹਿਸਾਬ ਕਿਤਾਬ ਕਰਨ ਨਾਲ ਕਿ ਸਾਡਾ ਛੁਟਕਾਰਾ ਨਹੀਂ ਹੋਣਾ। ਹੇ ਬਖਸ਼ਨਾਰ ਪ੍ਰਭੂ, ਤੂੰ ਹੀ ਸਾਨੂੰ ਬਖਸ਼ ਲੈ। ਸੋ ਇਸ ਲਈ ਕਹਿੰਦੇ ਲੇਖਾ ਮੰਗੈ, ਜੇ ਪਰਮਾਤਮਾ ਹਿਸਾਬ ਮੰਗੇ ਨਾ ਤਾਂ ਕਿਨ ਦੀਏ, ਤਾਂ ਕਿਹੜਾ ਹਿਸਾਬ ਦੇ ਸਕਦਾ। ਸੁਖ ਨਾਈ ਫੁਣ ਦੂਐ ਤੀਏ, ਦੂਐ ਤੀਏ ਭਾਵ ਲੇਖਾ ਦੇਣ ਨਾਲ। ਲੇਖਾ ਦੇਣ ਨਾਲ ਸੁਖ ਨਹੀਂ ਮਿਲਦਾ, ਕਿਉਂਕਿ ਲੇਖਾ ਕੋਈ ਦੇ ਹੀ ਨਹੀਂ ਸਕਦਾ ਹੈ। ਆਪੇ ਬਖਸ਼ ਲੈ ਪ੍ਰਭ ਸਾਚਾ, ਆਪੇ ਬਖਸ਼ ਮਿਲਾਵਣ। ਹਾਂ, ਪਰਮਾਤਮਾ ਆਪ ਹੀ ਜੀਵ ਨੂੰ ਬਖਸ਼ ਦਿੰਦਾ ਹੈ, ਫਿਰ ਜੀਵ ਨੂੰ ਬਖਸ਼ ਕੇ ਆਪ ਹੀ ਆਪਣੇ ਨਾਲ ਮਿਲਾ ਲੈਂਦਾ ਹੈ। ਪਹਿਲਾਂ ਪਰਮਾਤਮਾ ਬਖਸ਼ਦਾ, ਜਦੋਂ ਬਖਸ਼ ਹੀ ਦਿੱਤਾ ਗੱਲ ਖਤਮ ਹੋ ਗਈ। ਕਿਸੇ ਨੇ ਕਿਸੇ ਦੇ ਮੁਕੱਦਮਾ ਚਲਾ ਦਿੱਤਾ ਹੈ, ਕੋਰਟ ਨੇ ਫੈਸਲਾ ਦੇ ਦਿੱਤਾ ਕਿ ਇਹਦਾ ਕੋਈ ਕਸੂਰ ਨਹੀਂ, ਬਸ ਬਖਸ਼ਿਆ ਗਿਆ ਹੈ। ਉਹ ਲੋਕਾਂ ਦੀ ਨਜ਼ਰਾਂ 'ਚ ਬਖਸ਼ਿਆ ਗਿਆ ਹੈ, ਭਾਵੇਂ ਕੋਰਟ ਨੂੰ ਗਲਤੀ ਵੀ ਕਿਉਂ ਨਾ ਲੱਗੀ ਹੋਵੇ। ਕਈ ਵਾਰੀ ਫੈਸਲੇ ਗਲਤ ਵੀ ਹੋ ਸਕਦੇ ਹਨ, ਕਿਉਂਕਿ ਜੱਜਾਂ ਨੇ ਆਪ ਤੇ ਅੱਖਾਂ ਨਾਲ ਵੇਖਿਆ ਨਹੀਂ ਹੁੰਦਾ, ਉਹਨਾਂ ਤਾਂ ਗਵਾਹਾਂ ਦੇ ਅਨੁਸਾਰ ਜਿਹੜਾ ਫੈਸਲੇ ਦੇਣੇ ਹੁੰਦੇ ਹਨ, ਅਤੇ ਗਵਾਹ ਤੇ ਝੂਠੇ ਵੀ ਖੜ੍ਹੇ ਕੀਤੇ ਜਾ ਸਕਦੇ ਹਨ। ਕਈ ਵਾਰੀ ਵਿਰੋਧੀ ਪਾਰਟੀਆਂ ਝੂਠੇ ਗਵਾਹ ਖੜ੍ਹੇ ਕਰਕੇ ਦੂਜੇ ਨੂੰ ਫਸਾਉਣ ਦੀ ਕੋਸ਼ਿਸ਼ ਕਰਦੇ ਨੇ। ਵਿਰੋਧੀਆਂ ਦਾ ਕੰਮ ਹੀ ਇਹੀ ਹੁੰਦਾ ਹੈ। ਇਸ ਤਰ੍ਹਾਂ ਵੀ ਬੇਇਨਸਾਫੀ ਕਈ ਵਾਰੀ ਹੋ ਜਾਂਦੀ ਹੈ, ਪਰ ਪਰਮਾਤਮਾ ਦੇ ਦਰ 'ਤੇ ਕੋਈ ਬੇਇਨਸਾਫੀ ਨਹੀਂ ਹੁੰਦੀ, ਕਿਉਂਕਿ ਉਹ ਜਾਣੀ ਜਾਣ ਹੈ, ਉਹ ਸੱਚ ਨੂੰ ਜਾਣਦਾ ਹੈ। ਆਪ ਕਰੇ ਤੈ ਆਪ ਕਰਾਏ। ਇੱਕ ਹੁੰਦਾ ਤੈ, ਤੈ ਦਾ ਮਤਲਬ ਅਤੇ। ਜੇ ਪੜ੍ਹੋਗੇ ਤੈਂ, ਤੈਂ ਦਾ ਮਤਲਬ ਤੂੰ। ਆਪ ਕਰੇ ਤੈ ਆਪ ਕਰਾਏ। ਪਰਮਾਤਮਾ ਆਪ ਹੀ ਕਰਾਉਂਦਾ ਜੀਵ ਤੋਂ ਕਰਮ, ਅਤੇ ਆਪ ਹੀ ਕਰਦਾ ਹੈ। ਆਪ ਹੀ ਕਰਦਾ ਹੈ ਅਤੇ ਆਪ ਹੀ ਕਰਾਉਂਦਾ ਹੈ। ਪੂਰੇ ਗੁਰ ਕੈ ਸ਼ਬਦ ਮਿਲਾਏ। ਪੂਰੇ ਗੁਰੂ ਦੇ ਸ਼ਬਦ ਰਾਹੀਂ ਜੀਵ ਨੂੰ ਆਪਣੇ ਨਾਲ ਮਿਲਾ ਲੈਂਦਾ ਹੈ। ਜੀਵ ਤਾਂ ਭਜਨ ਬੰਦਗੀ ਕਰਵਾਉਂਦਾ ਹੈ, ਜਦੋਂ ਉਹਦੀ ਭਜਨ ਬੰਦਗੀ ਪੂਰੀ ਹੁੰਦੀ ਹੈ ਫਿਰ ਆਪਣੇ ਨਾਲ ਮਿਲਾ ਲੈਂਦਾ ਹੈ। ਨਾਨਕ ਨਾਮ ਮਿਲੈ ਵਡਿਆਈ, ਆਪੇ ਮੇਲ ਮਿਲਾ ਬਣੇ। ਨਾਮ ਦੇ ਰਾਹੀਂ ਮਨੁੱਖ ਨੂੰ ਵਡਿਆਈ ਮਿਲਦੀ ਹੈ, ਲੋਕ 'ਚ ਵੀ ਪਰਲੋਕ 'ਚ ਵੀ। ਨਾਮ ਦੇ ਵਿੱਚ ਇੰਨੀ ਤਾਕਤ ਹੈ ਕਿ ਨਾਮ ਜਪਣ ਵਾਲੇ ਦੀ ਵਡਿਆਈ ਹੁੰਦੀ ਹੀ ਹੁੰਦੀ ਹੈ। ਇਤਿਹਾਸ ਦੇ ਵਿੱਚ ਉਹਨਾਂ ਦੇ ਨਾਮ ਲਿਖੇ ਜਾਂਦੇ ਹਨ, ਫਿਰ ਪਰਮਾਤਮਾ ਹੀ ਉਹਨਾਂ ਨੂੰ ਆਪਣੇ ਨਾਲ ਮਿਲਾ ਲੈਂਦਾ ਹੈ। ਨਾਨਕ ਨਾਮ ਮਿਲੈ ਵਡਿਆਈ, ਕਿ ਨਾਮ ਵਡਿਆਈ ਮਿਲਦੀ ਹੈ। ਆਪੇ ਮੇਲ ਮਿਲਾ ਬਣਿਆ, ਅਤੇ ਪਰਮਾਤਮਾ ਆਪ ਹੀ ਗੁਰੂ ਨਾਲ ਜੀਵ ਨੂੰ ਮਿਲਾ ਕੇ ਫਿਰ ਆਪਣੇ ਨਾਲ ਮਿਲਾ ਲੈਂਦਾ ਹੈ। ਮਾਝ ਮਹਿਲਾ ਤੀਜਾ। ਇੱਕੋ ਆਪ ਫਿਰੈ ਪ੍ਰਛੰਨਾ, ਗੁਰਮੁਖ ਵੇਖਾ। ਵੇਖਾ ਨਹੀਂ ਪੜਨਾ, ਇਸ 'ਚ ਮੈਂ ਵਾਲੀ ਕੋਈ ਭਾਵਨਾ ਨਹੀਂ ਹੈ। ਜਿੱਥੇ ਮੈਂ ਵਾਲੀ ਭਾਵਨਾ ਹੋਵੇ ਉੱਥੇ ਬਿੰਦੀ ਲਾ ਕੇ ਪੜ੍ਹਦਾ ਹੈ। ਇਸ ਪੰਕਤੀ 'ਚ ਮੈਂ ਵਾਲੀ ਕੋਈ ਭਾਵਨਾ ਨਹੀਂ ਹੈ। ਇੱਕੋ ਆਪ ਫਿਰੈ ਪ੍ਰਛੰਨਾ, ਗੁਰਮੁਖ ਵੇਖਾ ਤਾਂ ਇਹ ਮਨ ਭਿੰਨਾ। ਤ੍ਰਿਸ਼ਨਾ ਤਜ ਸਹਿਜ ਸੁਖ ਪਾਇਆ, ਏਕੋ ਮਨ ਵਸਾਵਣਿਆ। ਇੱਕੋ ਆਪ ਫਿਰੈ ਪ੍ਰਛੰਨਾ। ਪ੍ਰਛੰਨਾ ਹੁੰਦਾ ਗੁਪਤ ਰੂਪ 'ਚ ਹੋਣਾ। ਪਰਮਾਤਮਾ ਹੀ ਹੈ, ਉਹ ਗੁਪਤ ਰੂਪ 'ਚ ਫਿਰ ਰਿਹਾ ਸਭ ਥਾਂ 'ਤੇ, ਆਪਾਂ ਨੂੰ ਦਿਸਦਾ ਨਹੀਂ ਅੱਖਾਂ ਨਾਲ। ਉਂਝ ਤਾਂ ਉਹ ਗੁਪਤ ਅਤੇ ਪ੍ਰਗਟ ਦੋਨੋਂ ਹੀ ਹੈ, ਪਰ ਉਹ ਸੂਖਸ਼ਮ ਹੋਣ ਕਰਕੇ ਸਾਨੂੰ ਇਹਨਾਂ ਬਾਹਰਲੀਆਂ ਅੱਖਾਂ ਨਾਲੋਂ ਨਹੀਂ ਦਿਸਦਾ। ਸੇ ਅੱਖੜੀਆਂ ਬਿਆਨ ਜਿੰਨੀ ਡਸੰਦੋ ਮਾਪਰੀ। ਉਹ ਅੱਖਾਂ ਹੋਰ ਨੇ ਜਿਹੜੀਆਂ ਪ੍ਰਭੂ ਪਤੀ ਨੂੰ ਵੇਖਦੀਆਂ ਹਨ। ਉਹਨੂੰ ਅੰਦਰਲੀਆਂ ਅੱਖਾਂ ਕਹਿੰਦੇ ਨੇ, ਉਹਨੂੰ ਦਿਵ ਦ੍ਰਿਸ਼ਟੀ ਕਹਿੰਦੇ ਨੇ।
ਇੱਕੋ ਆਪ ਫਿਰੈ ਪ੍ਰਛੰਨਾ। ਪਰਮਾਤਮਾ ਆਪ ਗੁਪਤ ਰੂਪ ਵਿੱਚ ਹੈ। ਗੁਰਮੁਖ ਵੇਖਾ, ਜਿਹਨੇ ਗੁਰੂ ਦੀ ਰਾਹੀਂ ਵੇਖ ਲਿਆ ਨਾ ਪਰਮਾਤਮਾ ਨੂੰ, ਤਾਂ ਇਹ ਮਨ ਭਿੰਨਾ, ਉਹਦਾ ਮਨ ਖੁਸ਼ ਹੋ ਕੇ, ਉਹਦਾ ਮਨ ਪਿਆਰ ਨਾਲ ਭਿੱਜ ਗਿਆ। ਭਿੰਨਾ ਮੈਨੇ ਭਿੱਜ ਜਾਣਾ। ਜਦੋਂ ਕਿ ਗੁਰੂ ਰਾਹੀਂ ਪਰਮਾਤਮਾ ਕੀਤੇ ਦਰਸ਼ਨ, ਇਹ ਮਨ ਰੱਬੀ ਪਿਆਰ 'ਚ ਭਿੱਜ ਗਿਆ। ਹੈ ਤੇ ਉਹ ਪ੍ਰਛੰਨਾ, ਹੈ ਤੇ ਉਹ ਗੁਪਤ, ਪਰ ਗੁਰੂ ਦੇ ਰਾਹੀਂ ਉਸ ਨੂੰ ਦੇਖਿਆ ਜਾ ਸਕਦਾ ਹੈ। ਤ੍ਰਿਸ਼ਨਾ ਤਾਜ ਸਹਿ ਸੁਖ ਪਾਇਆ, ਏਕੋ ਮਨ ਵਸਾਵਨੇ। ਜਿਹੜਾ ਪਰਮਾਤਮਾ ਨੂੰ ਮਨ 'ਚ ਵਸਾ ਕੇ ਰੱਖਦਾ ਹੈ, ਸਾਡੇ ਤਾਂ ਮਨ 'ਚ ਵਸੇ ਨਹੀਂ ਨਾ, ਇਸ ਲਈ ਸਾਨੂੰ ਭੁੱਲ ਜਾਂਦਾ। ਜਿੱਦੇ ਸਾਡੇ ਜੋ ਕਿਸੇ ਦੇ ਮਨ 'ਚ ਪਰਮਾਤਮਾ ਵਸ ਗਿਆ ਨਾ, ਉਹਦੀ ਯਾਦ ਭੁੱਲਣੀ ਹੀ ਨਹੀਂ। ਸੰਸਾਰਿਕ ਪਿਆਰਾ ਜਾਂ ਪਿਆਰੀ ਕਿਸੇ ਦੇ ਮਨ 'ਚ ਵਸ ਜੇ ਨਾ, ਉਹ ਨਹੀਂ ਭੁੱਲਿਆ ਕਰਦਾ, ਉਹ ਨਹੀਂ ਭੁੱਲਦੀ, ਕਿਉਂਕਿ ਉਹਦੀ ਯਾਦ ਵਸ ਗਈ ਹੈ। ਜਦੋਂ ਸਿਮਰਨ ਕਰਦਿਆਂ ਕਰਦਿਆਂ ਸਾਲਾਂ ਬੱਧੀ ਬਾਅਦ ਜਾ ਕੇ ਪਰਮਾਤਮਾ ਦੀ ਯਾਦ ਹਿਰਦੇ 'ਚ ਵਸ ਗਈ ਨਾ, ਫਿਰ ਪਰਮਾਤਮਾ ਨੇ ਯਾਦ ਆਈ ਹੋਈ ਜਾਣਾ, ਉਹਨੂੰ ਯਾਦ ਕਰਨ ਦੀ ਲੋੜ ਨਹੀਂ, ਫਿਰ ਉਹ ਆਉਂਦਾ ਹੀ ਰਹਿੰਦਾ ਯਾਦ। ਉਹਨੂੰ ਕਹਿੰਦੇ ਲੇਵ ਲੱਗ ਜਾਣਾ, ਫਿਰ ਬੰਦੇ ਲੇਵ ਲੱਗ ਜਾਂਦੀ ਹੈ। ਤ੍ਰਿਸ਼ਨਾ ਤਾਜ, ਤਾਜ ਮੈਨੇ ਛੱਡ ਕੇ, ਤ੍ਰਿਸ਼ਨਾਵਾਂ ਨੂੰ ਛੱਡ ਕੇ ਸਹਿਜ ਸੁਖ ਪਾਇਆ। ਸਹਿਜ ਹੀ ਸੁਖ ਦੀ ਪ੍ਰਾਪਤੀ ਹੋ ਗਈ। ਸਹਿਜ ਸੁਖ, ਉਹ ਸੁਖ ਜਿਹੜਾ ਬ੍ਰਹਮ ਗਿਆਨ ਦੀ ਅਵਸਥਾ 'ਤੇ ਜਾ ਕੇ ਪ੍ਰਾਪਤ ਹੁੰਦਾ। 4 ਸਟੇਜਿਸ ਨੇ ਸਾਡੀਆਂ, 3 ਮਾਇਆ ਦੀਆਂ ਨੇ, ਇਹ ਚੌਥੀ ਨਾਮ ਦੀ ਹੈ। ਮਾਇਆ ਦੀਆਂ ਰਜੋ ਤਮੋ ਸਤੋ, ਤਿੰਨਾਂ ਸਟੇਜਾਂ ਨੂੰ ਜਦੋਂ ਮਨੁੱਖ ਪਾਰ ਕਰਦਾ ਹੈ, ਫਿਰ ਉਹ ਸਹਿਜ ਅਵਸਥਾ ਚਲੇ ਜਾਂਦਾ ਹੈ। ਉਹ ਬਹੁਤ ਉੱਚੀ ਅਵਸਥਾ 'ਤੇ ਪਹੁੰਚ ਜਾਂਦਾ ਹੈ। ਉੱਥੇ ਮਨ ਜਾ ਕੇ ਅਡੋਲ ਹੋ ਜਾਂਦਾ ਹੈ। ਮਨ ਭਟਕਣਾ ਬੰਦ ਕਰ ਦਿੰਦਾ ਹੈ। ਮਨ ਦੇ ਵਿੱਚ ਸੰਸਾਰਿਕ ਖਿਆਲ ਆਉਣੇ ਬੰਦ ਹੋ ਜਾਂਦੇ ਹਨ। ਅਸੀਂ ਦੁਖੀ ਕਿਉਂ? ਕਿ ਸਾਡਾ ਮਨ ਭਟਕ ਰਿਹਾ ਹੈ, ਸਾਡਾ ਮਨ ਟਿਕਦਾ ਨਹੀਂ ਹੈ, ਇਸ ਲਈ ਅਸੀਂ ਦੁਖੀ ਹਾਂ। ਜਦੋਂ ਮਨ ਟਿਕ ਜਾਏਗਾ, ਅਸੀਂ ਸੁਖੀ ਹੋ ਜਾਵਾਂਗੇ। ਸੋ ਜਦੋਂ ਬੰਦਾ ਨਾਮ ਜਪਦੇ, ਏਕੋ ਮਨ ਵਸਾ ਬਣਿਆ, ਜਿਹੜਾ ਪਰਮਾਤਮਾ ਦੇ ਨਾਮ ਨੂੰ ਮਨ 'ਚ ਵਸਾ ਲੈਂਦਾ ਨਾ, ਉਹ ਤ੍ਰਿਸ਼ਨਾਵਾਂ ਨੂੰ ਛੱਡ ਕੇ ਸਹਿਜ ਸੁੱਖ ਦੀ ਪ੍ਰਾਪਤੀ ਕਰ ਲੈਂਦਾ। ਸਦਾ ਰਹਿਣ ਵਾਲੇ ਸੁੱਖ ਦੀ ਉਸ ਨੂੰ ਪ੍ਰਾਪਤੀ ਹੋ ਜਾਂਦੀ ਹੈ। ਨਾਮ ਤੋਂ ਬਿਨਾਂ ਤ੍ਰਿਸ਼ਨਾ ਨਹੀਂ ਛੱਡੀਆਂ ਜਾ ਸਕਦੀਆਂ। ਪ੍ਰਭ ਕੈ ਸਿਮਰਨ ਤ੍ਰਿਸ਼ਨਾ ਬੁਝੈ, ਇਹ ਤ੍ਰਿਸ਼ਨਾ ਸਿਮਰਨ ਤੋਂ ਬਿਨਾਂ ਖਤਮ ਨਹੀਂ ਹੁੰਦੀ। ਸਿਮਰਨ ਕਰਦੇ ਰਹੋ, ਕਰਦੇ ਰਹੋ, ਕਰਦੇ ਰਹੋ, ਅੰਦਰ ਜਿਹੜੀਆਂ ਤ੍ਰਿਸ਼ਨਾਵਾਂ ਨੇ ਉਹ ਖਤਮ ਹੋ ਜਾਣਗੀਆਂ। ਸਿਰਫ ਲੋੜਾਂ ਮਨੁੱਖ ਦੀਆਂ ਰਹਿ ਜਾਣਗੀਆਂ। ਲੋੜਾਂ ਪੂਰੀਆਂ ਕਰਨੀਆਂ ਔਖੀਆਂ ਨਹੀਂ ਹਨ। ਤ੍ਰਿਸ਼ਨਾਵਾਂ ਅਜ ਤੱਕ ਕਿਸੇ ਦੀ ਪੂਰੀਆਂ ਨਹੀਂ ਹੋਈਆਂ। ਇਹ ਕਹਿੰਦੇ ਸੰਸਾਰ ਦੁੱਖਾਂ ਦਾ ਘਰ ਹੈ। ਸਾਡੀਆਂ ਤ੍ਰਿਸ਼ਨਾਵਾਂ ਹੀ ਦੁੱਖਾਂ ਦਾ ਕਾਰਨ ਹਨ। ਕੋਈ ਵੀ ਅੰਦਰ ਇੱਛਾ ਪੈਦਾ ਹੋ ਜਾਏ, ਦੁੱਖ ਸ਼ੁਰੂ ਹੋ ਜਾਏਗਾ, ਜਿੰਨਾ ਚਿਰ ਪੂਰੀ ਨਹੀਂ ਹੋ ਜਾਂਦੀ। ਇੱਕ ਪੂਰੀ ਹੋਈ, ਦੂਜੀ ਖੜੀ ਹੋ ਜਾਂਦੀ। ਇੱਕ ਇੱਛਾ ਪੂਰੀ, ਦੂਜੀ ਖੜੀ ਹੋ ਜਾਂਦੀ। ਇਹ ਨਹੀਂ ਮੁੱਕ ਗਈ ਹੈ, ਫਿਰ ਚਿੰਤਾ ਲੱਗ ਗਈ, ਫਿਰ ਚਿੰਤਾ ਲੱਗ ਗਈ। ਪਹਿਲਾਂ ਚਿੰਤਾ ਵਿਆਹ ਹੋ ਜਾਏ, ਜਿੰਨਾ ਚਿਰ ਵਿਆਹ ਨਹੀਂ ਹੁੰਦਾ ਚਿੰਤਾ ਲੱਗ। ਮੇਰੇ ਕੋਲ ਆਈ ਜੀ, ਬਾਬਾ ਜੀ ਵਿਆਹ ਨਹੀਂ ਹੋ ਰਿਹਾ ਜੀ, ਬੜੀ ਦੇਰ ਹੋ ਗਈ ਜੀ, ਮੁੰਡਾ ਕੁੜੀ ਬੜੀ ਉਮਰ ਦੇ ਹੋ ਗਏ ਨੇ ਜੀ, ਵੱਡੀ ਉਮਰ ਦੇ ਹੋ ਗਏ ਨੇ ਜੀ, ਕਿਰਪਾ ਕਰੋ ਜੀ, ਕੋਈ ਪਾੜ ਦਿਓ ਜੀ। ਵਿਆਹ ਹੋ ਗਿਆ, ਇਹ ਨਹੀਂ ਕਿ ਤ੍ਰਿਸ਼ਨਾ ਮੁੱਕ ਗਈ ਹੈ, ਨਹੀਂ। ਫਿਰ ਬੱਚਾ ਹੋਵੇ ਜੀ, ਇੱਛਾ ਹੋ ਗਈ ਬੱਚਾ ਹੋਵੇ, ਉਹ ਹੁੰਦਾ ਨਹੀਂ, ਚਿੰਤਾ ਲੱਗੀ ਹੋਈ ਹੈ, ਭੱਜ ਨੱਠ ਹੋ ਰਹੀ ਹੈ। ਡਾਕਟਰਾਂ ਕੋਲ ਜਾ ਰਹੇ ਨੇ, ਸਾਧੂਆਂ ਸੰਤਾਂ ਮਹਾਤਮਾ ਕੋਲ ਜਾ ਰਹੇ ਨੇ, ਮੰਦਿਰਾਂ ਗੁਰਦੁਆਰੇ ਜਾ ਰਹੇ ਨੇ। ਜਿੰਨਾ ਚਿਰ ਇੱਛਾ ਪੂਰੀ ਨਹੀਂ ਹੁੰਦੀ, ਚਿੰਤਾ ਰਹੇਗੀ। ਚਲੋ ਜੀ, ਬੱਚਾ ਹੋ ਗਿਆ, ਹੋ ਗਈ ਕੁੜੀ,
ਫਿਰ ਅਗਲੀ ਇੱਛਾ ਪੈਦਾ ਤੇ ਮੁੰਡਾ ਹੋਵੇ, ਉਹ ਹੋ ਨਹੀਂ ਰਿਹਾ, ਦੂਜੀ ਵੀ ਕੁੜੀ ਹੋ ਗਈ। ਲੜਕਾ ਹੋਵੇ, ਤੀਜੀ ਵੀ ਹੋ ਗਈ। ਲੜਕਾ ਹੋਵੇ, ਚਲੋ ਲੜਕਾ ਹੋ ਗਿਆ, ਸੁੱਖ ਦਾ ਸਾਹ ਆਇਆ। ਤੇ ਫਿਰ ਤ੍ਰਿਸ਼ਨਾ ਪੈਦਾ ਹੋ ਗਈ, ਇਹ ਪੜ੍ਹ ਲਿਖ ਜਾਣ ਤੇ ਆਹ ਹੋ ਜੇ ਤੇ ਆਹ ਹੋ ਜੇ, ਇਹ ਚੱਲਿਓ ਹੀ ਜਾਣਾ ਸਿਲਸਿਲਾ। ਇਹ ਸਿਲਸਿਲਾ ਚੱਲੀ ਜਾਂਦਾ ਹੈ। ਇਸ ਲਈ ਮਨੁੱਖ ਨੂੰ ਕੋਈ ਨਾ ਕੋਈ ਚਿੰਤਾ ਲੱਗੀ ਰਹਿੰਦੀ ਹੈ। ਤੇ ਸਿਆਣੇ ਕਹਿੰਦੇ ਚਿੰਤਾ ਚਿਖਾ ਬਰਾਬਰੀ। ਆਹ ਲੱਕੜਾਂ ਤੇ ਮੁਰਦਾ ਧਰ ਕੇ ਜਲਾਉਣੇ, ਉਹਨੂੰ ਚਿਖਾ ਕਹਿੰਦੇ। ਕਹਿੰਦੇ ਚਿਖਾ ਤਾਂ ਛੇਤੀ ਬੰਦੇ ਨੂੰ ਸਾੜ ਦਿੰਦੀ ਹੈ, ਚਿੰਤਾ ਹੌਲੀ ਹੌਲੀ ਸਾੜਦੀ ਰਹਿੰਦੀ ਹੈ। ਸੋ ਗੁਰੂ ਮਹਾਰਾਜ ਕਹਿੰਦੇ ਉਹ ਨਾਮ ਨੂੰ ਮਨ 'ਚ ਵਸਾ ਲੈਂਦਾ ਹੈ, ਫਿਰ ਉਹਦੇ ਨਾਲ ਤ੍ਰਿਸ਼ਨਾ ਖਤਮ ਹੋ ਜਾਂਦੀ ਹੈ, ਉਹਨੂੰ ਸਦੀਵੀ ਸੁੱਖ ਦੀ ਪ੍ਰਾਪਤੀ ਹੋ ਜਾਂਦੀ ਹੈ। ਹੋਂ ਵਾਰੀ ਜੀਓ ਵਾਰੀ, ਇੱਕ ਸਿਉ ਚਿਤ ਲਾਵਣਿਆ। ਗੁਰਮਤਿ ਮਨ ਇਕਤ ਕਰ ਆਇਆ। ਇਹਨੂੰ ਇਕਤ ਪੜ੍ਹਨਾ, ਇਕੱਤ ਨਹੀਂ ਪੜ੍ਹਦੇ ਨਾ। ਗੁਰਮਤਿ ਮਮੇ ਤੇ ਅਧਿਕ ਲਾ ਕੇ ਪੜ੍ਹਨਾ। ਗੁਰਮਤਿ ਮਨ ਇਕਤ ਕਰ ਆਇਆ, ਸੱਚੇ ਰੰਗ ਰੰਗਾਵਣਿਆ ਰਹਾ। ਕਹਿੰਦੇ ਹੋਂ ਵਾਰੀ ਜੀਓ ਵਾਰੀ, ਮੈਂ ਉਸ ਤੋਂ ਬਲਿਹਾਰ ਜਾਂਦਾ ਹਾਂ, ਮੈਂ ਉਸ ਤੋਂ ਆਪਣੀ ਜਿੰਦ ਵਾਰਦਾ ਹਾਂ। ਕਿਸ ਤੋਂ? ਇੱਕ ਸਿਉ ਚਿਤ ਲਾਵਣੀ, ਜਿਹੜਾ ਇੱਕ ਪਰਮਾਤਮਾ ਨਾਲ ਆਪਣਾ ਚਿੱਤ ਜੋੜਦਾ ਹੈ, ਜਿਹਦਾ ਪਿਆਰ ਸਿਰਫ ਤੇ ਸਿਰਫ ਪਰਮਾਤਮਾ ਨਾਲ ਹੈ। ਇੱਕ ਨਾਲ ਚਿੱਤ ਜੋੜਨ ਦਾ ਮਤਲਬ ਹੈ ਹੋਰ ਕਿਸੇ ਦਾ ਪਿਆਰ ਖਿਆਲ ਹੀ ਨਾ ਹੋਵੇ, ਸਿਰਫ ਪਰਮਾਤਮਾ ਨੂੰ ਹੀ ਪਿਆਰ ਕਰਨਾ ਹੈ। ਮੈਂ ਕਹਿੰਦੇ ਇਹੋ ਜਿਹੇ ਵਿਅਕਤੀ ਦਾ ਬਲਿਹਾਰ ਜਾਂਦਾ ਹਾਂ, ਸਦਕੇ ਜਾਂਦਾ ਹਾਂ, ਵਾਰੀ ਜਾਂਦਾ। ਗੁਰਮਤਿ ਮਨ ਇਕਤ ਘਰ ਆਇਆ। ਜਦੋਂ ਗੁਰੂ ਦੀ ਮੱਤ 'ਤੇ ਚੱਲਿਆ ਮਨੁੱਖ, ਇਹ ਮਨ ਇੱਕ ਥਾਂ 'ਤੇ ਆ ਗਿਆ। ਪਹਿਲੇ ਤਾਂ ਕਦੇ ਕਿਤੇ ਭਟਕਦਾ ਰਹਿੰਦਾ ਹੈ। ਜਦੋਂ ਗੁਰੂ ਦੀ ਮੱਤ ਗ੍ਰਹਿਣ ਕੀਤੀ, ਕਰਮ ਹੋ ਗਏ ਸ਼ੁਭ, ਨਾਲ ਜਪਦਾ ਮਨ ਨਾਮ, ਆਪੇ ਮਨ ਫਿਰ ਸਮਾਂ ਪਾ ਕੇ ਆਪਣੇ ਥਾਂ 'ਤੇ ਟਿਕ ਜਾਂਦਾ ਹੈ। ਜਦੋਂ ਮਨ ਟਿਕਦਾ, ਸ਼ਾਂਤੀ ਆਪਣੇ ਆਪ ਹੀ ਹੋ ਜਾਂਦੀ ਹੈ। ਇਹ ਮਨ ਹੀ ਸ਼ਾਂਤ ਹੈ, ਇਸ ਲਈ ਇਹ ਦਿਲ ਦੁਖੀ ਜਾਂਦਾ ਬੰਦੇ ਦਾ। ਗੁਰਮਤਿ ਗੁਰੂ ਦੀ ਮੱਤ ਚੱਲ ਜੋ ਮਨ ਇਕਤ ਘਰ ਹੈ, ਇੱਕ ਘਰ ਵਿੱਚ ਆ ਜਾਂਦਾ, ਭਾਵ ਆਪਣੇ ਅਸਲੀ ਥਾਂ 'ਤੇ ਆ ਜਾਂਦਾ, ਭਾਵ ਟਿਕ ਜਾਂਦਾ ਦੌੜਨ। ਸੱਚੇ ਰੰਗ ਰੰਗਾਵਣੇ, ਸੱਚੇ ਪਰਮਾਤਮਾ ਦੇ, ਇੱਕ ਉਹਦਾ ਸੱਚਾ ਇੱਕ ਵਚਨ, ਸੱਚੇ ਬਹੁਵਚਨ, ਸੱਚੇ ਪਰਮਾਤਮਾ ਦੇ, ਸੱਚੇ ਦੇ ਰੰਗ ਪਿਆਰ, ਫਿਰ ਪਰਮਾਤਮਾ ਦੇ ਪਿਆਰ ਵਿੱਚ ਰੰਗਿਆ ਜਾਂਦਾ ਰਹਾਓ। ਇਹ ਜਗ ਭੂਲਾ ਤੈਂ ਆਪ ਭੁਲਾਇਆ, ਇੱਕ ਵਿਸਾਰ ਦੂਜੇ ਲੋਭਾਇਆ। ਅਣ ਦਿਨ ਸਦਾ ਫਿਰੈ ਭ੍ਰਮ ਭੂਲਾ, ਬਿਨ ਨਾਮੇ ਦੁਖ ਪਾਵਣਿਆ। ਇਹ ਜਗ ਭੂਲਾ, ਇਹ ਸੰਸਾਰ ਤੈਨੂੰ ਭੁਲਾ ਬੈਠੇ, ਤੈਂ ਆਪ ਭੁਲਾਇਆ, ਤੈਂ ਹੀ ਭੁਲਾਤਾ। ਹੇ ਪਰਮਾਤਮਾ, ਤੂੰ ਸੰਸਾਰ ਤੋਂ ਆਪਣਾ ਨਾਮ ਭੁਲਾ ਦਿੱਤਾ ਹੈ, ਸੰਸਾਰ ਨੂੰ ਭੁੱਲਿਆ ਫਿਰਦਾ ਹੈ। ਇੱਕ ਵਿਸਾਰ ਦੂਜੇ ਲਵਾਇਆ। ਮਨੁੱਖ ਇੱਕ ਪਰਮਾਤਮਾ ਨੂੰ ਵਿਸਾਰ ਕੇ ਦੂਜੇ ਮਾਇਆ ਦੇ ਲਾਲਚ 'ਚ ਆ ਜਾਂਦਾ ਕਿ ਰੱਬ ਭੁੱਲ ਗਿਆ, ਤੇ ਰੱਬ ਦੀ ਵਿਰੋਧੀ ਹੈਗੀ ਮਾਇਆ। ਜਿੱਥੇ ਰੱਬ ਹੈ ਉੱਥੇ ਮਾਇਆ ਦੀ ਖਿੱਚ ਨਹੀਂ ਹੁੰਦੀ, ਤੇ ਜਿੱਥੇ ਰੱਬ ਨਹੀਂ ਉੱਥੇ ਮਾਇਆ ਦੀ ਖਿੱਚ ਹੈ। ਹੋਰ ਹੋਵੇ, ਹੋਰ ਹੋਵੇ, ਹੋਰ ਹੋਵੇ, ਹੋਰ ਹੋਵੇ। ਸੋ ਇਸ ਲਈ ਇੱਕ ਪਰਮਾਤਮਾ ਨੂੰ ਵਿਸਾਰ ਕੇ ਇਹ ਮਨੁੱਖ ਦਾ ਮਨ ਮਾਇਆ 'ਚ ਲੱਗ ਜਾਂਦਾ, ਉਹਦੇ ਲੁਭਾਇਮਾਨ ਹੋ ਜਾਂਦਾ। ਅਣ ਦਿਨ ਸਦਾ ਫਿਰੈ ਭ੍ਰਮ ਭੂਲਾ, ਭਰਮ 'ਚ ਪੈ ਕੇ ਇਹ ਦਿਨ ਰਾਤ ਪਰਮਾਤਮਾ ਨੂੰ ਭੁੱਲਿਆ ਰਹਿੰਦਾ ਹੈ। ਕਿਉਂ? ਭਰਮ ਹੈ ਕਿ ਮੈਨੂੰ ਮਾਇਆ 'ਚ ਸੁੱਖ ਮਿਲੇਗਾ।
ਇਹ ਭਰਮ ਹੈ। ਇਸ ਭਰਮ ਕਰਕੇ ਉਹ ਪਰਮਾਤਮਾ ਦਿਨ ਰਾਤ ਭੁੱਲਿਆ ਰਹਿੰਦਾ ਹੈ। ਬਿਨ ਨਾਮੈ ਦੁੱਖ ਪਾਵਣੇ, ਨਾਮ ਜਪਦਾ ਨਹੀਂ, ਇਸ ਲਈ ਦੁੱਖ ਪਾਉਂਦਾ ਹੈ, ਇਸ ਲਈ ਦੁੱਖ ਪਾਉਂਦਾ। ਇਸ ਲਈ ਭਾਵੇਂ ਅਸੀਂ ਕਿੰਨੇ ਵੀ ਅਮੀਰ ਹੋ ਜਾਈਏ, ਪਰਮਾਤਮਾ ਦਾ ਨਾਮ ਜਪਣਾ ਚਾਹੀਦਾ ਅਤੇ ਉਹਦਾ ਸ਼ੁਕਰਾਨਾ ਕਰਨਾ ਚਾਹੀਦਾ। ਸੱਚੇ ਪਾਤਸ਼ਾਹ, ਇਹ ਅਮੀਰੀ ਤੂੰ ਦਿੱਤੀ ਹੈ। ਜੇ ਕਹੇ ਮੈਂ ਠੱਗੀਆਂ ਠੋਰੀਆਂ ਕਰਕੇ, ਮੈਂ ਐਂ ਕਰਕੇ ਕੀਤੀ, ਉਹ ਫਿਰ ਪਰਮਾਤਮਾ ਦੀ ਗੱਲ ਚੰਗੀ ਨਹੀਂ ਲੱਗਦੀ ਕਿ ਅਮੀਰ ਤੇ ਮੈਂ ਤੈਨੂੰ ਕੀਤਾ, ਤੂੰ ਕਹਿੰਦਾ ਮੈਂ ਆਪ ਹੋਇਆ। ਜੋ ਵੀ ਚੀਜ਼ ਮਿਲੇ ਪਰਮਾਤਮਾ ਦਾ ਸ਼ੁਕਰ ਕਰੀਦਾ। ਭਾਵੇਂ ਝੌਂਪੜੀ ਹੈ ਕੋਲ, ਫਿਰ ਇਹਦਾ ਸ਼ੁਕਰ ਕਰੋ। ਸੱਚੇ ਪਾਤਸ਼ਾਹ, 18 ਕਰੋੜ ਹਿੰਦੁਸਤਾਨ ਦੇ ਲੋਕ ਨੇ ਜਿਨ੍ਹਾਂ ਕੋਲ ਝੌਂਪੜੀ ਵੀ ਨਹੀਂ, ਤੂੰ ਘੱਟ ਤੋਂ ਘੱਟ ਮੈਨੂੰ ਸਿਰ ਢੱਕਣ ਲਈ ਝੌਂਪੜੀ ਦੇ ਦਿੱਤੀ ਹੈ। ਜੇ ਕੁਝ ਸਮੇਂ ਬਾਅਦ ਕੱਚਾ ਘਰ ਪ੍ਰਾਪਤ ਹੋ ਕੇ, ਸੱਚੇ ਪਾਤਸ਼ਾਹ, ਬੇਅੰਤ ਲੋਕ ਨੇ ਜਿਹੜੇ ਬਿਨਾਂ ਝੌਂਪੜੀਆਂ ਤੇ ਨੇ ਜਾਂ ਝੌਂਪੜੀਆਂ ਵਾਲੇ ਹਨ, ਘੱਟ ਤੋਂ ਘੱਟ ਤੂੰ ਮੈਨੂੰ ਕੱਚਾ ਘਰ ਤੇ ਦਿੱਤਾ। ਅਤੇ ਜਦੋਂ ਪੱਕਾ ਮਿਲ ਜਾਏ, ਸੱਚੇ ਪਾਤਸ਼ਾਹ, ਜਦੋਂ ਮੀਂਹ ਪੈਂਦਾ ਸੀ ਕੱਚਾ ਘਰ ਕਈ ਵਾਰੀ ਚੋਣ ਲੱਗ ਜਾਂਦਾ ਸੀ, ਔਖਾ ਹੁੰਦਾ ਸੀ, ਤੇਰੀ ਬੜੀ ਕਿਰਪਾ ਹੋਈ ਹੈ, ਤੂੰ ਪੱਕਾ ਕਰ ਦਿੱਤਾ। ਉਹਦਾ ਧੰਨਵਾਦ ਕਰਦੇ ਰਹਿਣਾ। ਜੋ ਕੁਛ ਵੀ ਮਿਲੇ ਉਹਦੀ ਕਿਰਪਾ ਸਮਝਣੀ ਹੈ, ਔਰ ਹੁੰਦੀ ਉਸ ਦੀ ਕਿਰਪਾ ਹੀ ਹੈ। ਜੇ ਆਪਣੇ ਯਤਨਾਂ ਨਾਲ ਮਨੁੱਖ ਕਰ ਸਕਦਾ ਹੁੰਦਾ ਤਾਂ ਘੱਟ ਤੋਂ ਘੱਟ ਸਾਰੇ ਹੀ ਝੌਂਪੜੀ ਪਾ ਲੈਂਦੇ। ਫਿਰ ਤਾਂ ਸਾਰੇ ਲੋਕ ਘੱਟ ਤੋਂ ਘੱਟ ਝੌਂਪੜੀ 'ਤੇ ਪਾ ਲੈਂਦੇ। ਸੜਕਾਂ ਦੇ ਕੰਢਿਆਂ 'ਤੇ ਤਾਂ ਨਾ ਸੌਂਦੇ, ਰੇਲਵੇ ਸਟੇਸ਼ਨਾਂ 'ਤੇ ਤਾਂ ਨਾ ਸੌਂਦੇ, ਪਲੈਟਫਾਰਮਾਂ 'ਤੇ ਤਾਂ ਨਾ ਸੌਂਦੇ, ਬੱਸ ਸਟੈਂਡ ਦੇ ਸ਼ੈੱਡ ਹੇਠਾਂ ਤਾਂ ਨਾ ਸੌਂਦੇ, ਪੁਲਾਂ ਦੇ ਹੇਠਾਂ ਤਾਂ ਨਾ ਸੌਂਦੇ। ਬੇਅੰਤ ਲੋਕ ਨੇ ਜਿਹੜੇ ਪੁਲਾਂ ਦੇ ਹੇਠਾਂ ਸੁੱਤੇ ਹੁੰਦੇ ਨੇ। ਇਸ ਲਈ ਜੇ ਆਪਣੇ ਯਤਨਾਂ ਨਾਲ ਸਭ ਕੁਛ ਹੁੰਦਾ ਹੋਵੇ, ਫਿਰ ਅਸੀਂ ਸਭ ਕੁਛ ਕਰ ਲੈਂਦੇ, ਫਿਰ ਸਾਨੂੰ ਧੱਕੇ ਧੋੜੇ ਖਾਣ ਦੀ ਲੋੜ ਨਹੀਂ ਸੀ। ਠੀਕ ਹੈ, ਯਤਨ ਕਰਨਾ ਸਾਡਾ ਫਰਜ਼ ਹੈ। ਉਸ ਯਤਨ ਦੇ ਵਿੱਚ ਬਰਕਤ ਪਾਉਣਾ, ਇਹ ਪਰਮਾਤਮਾ ਦੀ ਮਰਜ਼ੀ ਹੁੰਦੀ ਹੈ। ਯਤਨ ਕਰਨ ਦਾ ਸਾਨੂੰ ਹੁਕਮ ਹੈ। ਉਦਮ ਕਰੰਦਿਆਂ ਜੀਓ ਤੂੰ, ਕਮਾਵਦਿਆਂ ਸੁਖ ਪੁੰਚ, ਧਿਆਇਂਦਿਆਂ ਤੂੰ ਪ੍ਰਭੂ ਮਿਲ, ਨਾਨਕ ਉਤਰੀ ਚਿੰਤ। ਉਦਮ ਕਰਨਾ, ਮਿਹਨਤ ਕਰਨੀ ਹੈ, ਹੱਥ 'ਤੇ ਹੱਥ ਧਰ ਕੇ ਨਹੀਂ ਬਹਿਣਾ, ਕਿਉਂਕਿ ਉੱਤੋਂ ਕੁਛ ਨਹੀਂ ਡਿੱਗਣਾ। ਉਦਮ ਅੱਗੇ ਲక్ష్ਮੀ, ਪੱਖੇ ਅੱਗੇ ਪੌਣ, ਕਹਾਵਤ। ਨਾਲੇ ਬਾਈਬਲ ਕਹਿੰਦੇ God helps those who help themselves। ਕਹਿੰਦੇ ਪਰਮਾਤਮਾ ਉਹਨਾਂ ਦੀ ਮਦਦ ਕਰਦਾ ਹੈ ਜਿਹੜੇ ਆਪਣੀ ਮਦਦ ਆਪ ਕਰਦੇ ਹਨ। ਆਪਣੀ ਮਦਦ ਆਪ ਕਰਨ ਦਾ ਮਤਲਬ ਆਪ ਯਤਨਸ਼ੀਲ ਨੇ। ਮੈਂ ਕੋਈ ਯਤਨ ਹੀ ਨਹੀਂ ਕਰਦਾ ਅਤੇ ਫਿਰ ਮੈਂ ਪਰਮਾਤਮਾ ਦੀ ਨਜ਼ਰਾਂ 'ਚ ਵਧੀਆ ਬੰਦਾ ਨਹੀਂ। ਯਤਨ ਕਰਨਾ ਹੈ, ਇਹ ਜੀਵਨ ਮਿਲਿਆ ਹੈ, ਇਹ ਯਤਨ ਕਰਨਾ ਹੈ। ਸੋ ਫਿਰ ਪਰਮਾਤਮਾ ਕਹਿੰਦੇ ਨੇ, ਮਿਹਨਤ ਮੇਰੀ ਰਹਿਮਤ ਤੇਰੀ। ਆਮ ਥਾਵਾਂ 'ਤੇ ਲਿਖਿਆ ਹੁੰਦਾ, ਮਿਹਨਤ ਮੇਰੀ ਰਹਿਮਤ ਤੇਰੀ। ਇਹ ਪਹਿਲੀ ਸਟੇਜ ਹੈ ਕਿ ਇਹ ਪਰਮਾਤਮਾ ਮੈਂ ਮਿਹਨਤ ਕਰਦਾ, ਕਿਰਪਾ ਤੂੰ ਕਰਦਾ ਹੈ। ਜਦੋਂ ਬ੍ਰਹਮ ਗਿਆਨ ਦੀ ਅਵਸਥਾ 'ਤੇ ਬੰਦਾ ਪਹੁੰਚਦਾ, ਉਹ ਕਹਿੰਦਾ ਸੱਚੇ ਪਾਤਸ਼ਾਹ, ਮਿਹਨਤ ਵੀ ਤੂੰ ਕਰਾਈ ਅਤੇ ਕਿਰਪਾ ਵੀ ਤੂੰ ਕੀਤੀ। ਮੈਂ ਕੌਣ ਸੀ? ਮੈਨੂੰ ਤਾਂ ਸੋਝੀ ਨਹੀਂ ਸੀ ਮਿਹਨਤ ਕਰੀ ਦੀ। ਕਿੰਨੇ ਹੀ ਲੋਕ ਨੇ ਜਿਨ੍ਹਾਂ ਨੂੰ ਸੋਝੀ ਨਹੀਂ ਮਿਹਨਤ ਕਰੀ ਦੀ, ਨਹੀਂ ਸੋਝੀ ਦਿੱਤੀ ਉਹਨਾਂ ਨੂੰ। ਜੇ ਕਿਤੇ ਸਾਰਿਆਂ ਨੂੰ ਬੰਦਾ ਪਰਿਵਾਰ ਸੋਝੀ ਜਾਵੇ ਮਿਹਨਤ ਕਰਨ ਦੀ, ਫਿਰ ਤਾਂ ਬੱਲੇ ਬੱਲੇ ਹੋ ਜਾਣੀ ਸੀ। ਮਿਹਨਤ ਵੀ ਉਹੀ ਲੋਕ ਕਰਦੇ ਜਿਹਨਾਂ ਨੂੰ ਪਰਮਾਤਮਾ ਸੋਝੀ ਦਿੰਦਾ ਹੈ। ਪਰ ਪਹਿਲੀ ਅਵਸਥਾ ਇਹ ਹੈ ਕਿ ਭਾਈ ਮਿਹਨਤ ਮੇਰੀ ਰਹਿਮਤ ਤੇਰੀ। ਉਹ ਤਾਂ ਉੱਪਰਲੀ ਅਵਸਥਾ ਨਾ, ਵੀ ਮਿਹਨਤ ਵੀ ਤੂੰ ਕਰਾਈ ਅਤੇ ਰਹਿਮਤ ਵੀ ਤੂੰ ਕੀਤੀ। ਸੋ ਗੁਰੂ ਮਹਾਰਾਜ ਕਹਿੰਦੇ, ਜੋ ਰੰਗ ਰਾਤੇ ਕਰਮ ਵਿਧਾਤੇ, ਗੁਰ ਸੇਵਾ ਤੇ ਜੁਗ ਚਾਰੇ ਜਾਤੇ, ਜਿਸ ਨੂੰ ਆਪ ਦੇ ਵਡਿਆਈ, ਹਰ ਕੈ ਨਾਮ ਸਮਾਵਣਿਆ। ਜੋ ਰੰਗ ਰਾਤੇ ਕਰਮ ਵਿਧਾਤੇ,
ਪਰਮਾਤਮਾ ਸਾਡੇ ਕਰਮਾਂ ਦਾ ਫਲ ਦਿੰਦਾ ਹੈ, ਇਸ ਲਈ ਕਹਿੰਦੇ ਕਰਮ ਵਿਦਾਤਾ। ਕਰਮਾਂ ਦੇ ਅਨੁਸਾਰ ਸਾਨੂੰ ਜੀਵਨ ਦਿੰਦਾ ਹੈ ਪਰਮਾਤਮਾ। ਜਿਹੜਾ ਸਾਨੂੰ ਹੁਣ ਜੀਵਨ ਮਿਲੇ ਨਾ, ਕੋਈ ਲੰਗੜਾ ਹੈ, ਕੋਈ ਲੂਲਾ ਹੈ, ਕੋਈ ਅੰਨਾ ਹੈ, ਕੋਈ ਕਾਣਾ ਹੈ, ਕੋਈ ਕਾਲਾ ਹੈ, ਕੋਈ ਗੋਰਾ ਹੈ, ਕੋਈ ਲੰਮਾ ਹੈ, ਕੋਈ ਮਧਰਾ ਹੈ, ਇਹ ਸਾਡੇ ਕਰਮਾਂ ਅਨੁਸਾਰ ਹੈ। ਕਈ ਨੇ ਕਰਮ ਹੀ ਐਸੇ ਕੀਤੇ, ਜੰਮਦੇ ਹੀ ਅੰਨੇ, ਜੰਮਦੇ ਹੀ ਲੂਲੇ, ਜੰਮਦੇ ਹੀ ਲੰਗੜੇ, ਜੰਮਦੇ ਹੀ ਬਿਮਾਰ। ਕਰਮ ਹੀ ਐਸੇ ਮਾੜੇ ਕੀਤੇ। ਕਈ ਸੋਹਣੇ ਸੁਨੱਖੇ ਨੇ, ਬੜੀਆਂ ਸੋਹਣੀਆਂ ਪਰਸਨੈਲਿਟੀਆਂ ਨੇ, ਪਤਾ ਨਹੀਂ ਕਿਹੜਾ ਨੇਕ ਕਰਮ ਕੀਤਾ ਹੋਣਾ ਉਹਨਾਂ ਨੇ, ਵੀ ਸੁਹੱਪਣ ਮਿਲਿਆ, ਲੋਕ ਲੰਘਦੇ ਹੋਏ ਦੇਖਦੇ ਜਾਂਦੇ ਨੇ। ਸੋ ਇਸ ਲਈ ਪਰਮਾਤਮਾ ਹੈ ਕਰਮ ਵਿਦਾਤਾ। ਉਹ ਸਾਡੇ ਪਿਛਲੇ ਜਨਮਾਂ ਦੇ ਕਰਮ ਵੇਖਦਾ ਹੈ, ਉਹਦੇ ਅਨੁਸਾਰ ਫਿਰ ਸਾਨੂੰ ਅਗਲਾ ਜੀਵਨ ਦਿੰਦਾ ਹੈ। ਜੋ ਰੰਗ ਰਾਤੇ, ਜੋ ਇਸ ਕਰਮ ਵਿਦਾਤੇ ਦੇ ਪਿਆਰ 'ਚ ਰੰਗੇ ਗਏ, ਗੁਰ ਸੇਵਾ ਤੇ ਜੁਗ ਚਾਰੇ ਜਾਤੇ, ਫਿਰ ਉਹ ਗੁਰੂ ਦੀ ਸੇਵਾ ਕਰਦੇ ਨੇ, ਪਰਮਾਤਮਾ ਦਾ ਨਾਮ ਜਪਦੇ ਨੇ। ਚਾਰਾਂ ਯੁੱਗਾਂ ਦੇ ਲੋਕ ਉਹਨਾਂ ਨੂੰ ਜਾਣਦੇ ਨੇ, ਚਾਰਾਂ ਯੁੱਗਾਂ ਦੇ ਲੋਕ। ਧਰੂ ਭਗਤ ਤੇ ਪ੍ਰਹਿਲਾਦ ਬੱਚੇ ਨੇ, ਵੀ ਛੋਟੀ ਉਮਰ ਦੇ ਨੇ, ਭਜਨ ਬੰਦਗੀ ਲੱਗੇ ਕਰਨ। ਪੰਜ ਨੂੰ ਉਦਾਹਰਨ ਵੀ ਦਿੱਤੀ ਉਹਨਾਂ ਦੀ, ਨਾਮ ਜਪੋ ਜੀ ਐਸੇ ਐਸੇ, ਧਰੂ ਪ੍ਰਹਿਲਾਦ ਜਪਿਓ ਹਰ ਜੈਸੇ। ਜਿਵੇਂ ਉਹਨਾਂ ਨਾਮ ਜਪਿਆ ਨਾ, ਐਂ ਜਪਣਾ। ਹੁਣ ਜਿਨ੍ਹਾਂ ਵਿਚਾਰਿਆਂ ਨੇ ਪੁੱਛਣਗੇ ਜੀ ਉਹ ਸਵਾਸਾਂ ਨਾਲ ਨਾਮ ਜਪਦੇ ਸਨ ਕਿ ਕਿਵੇਂ ਨਾਮ ਜਪਦੇ ਸਨ, ਇਹ ਭਾਵ ਨਹੀਂ ਹੈ। ਹੁਣ ਦਾ ਭਾਵ ਸੀ ਵੀ ਉਹਨਾਂ ਨੇ ਬੜੇ ਕਸ਼ਟ ਸਹੇ, ਬੜੇ ਦੁੱਖ ਸਹੇ ਉਹਨਾਂ ਨੇ, ਪਰ ਉਹਨਾਂ ਨਾਮ ਨਹੀਂ ਛੱਡਿਆ। ਅਜੇ ਧਰੂ ਦਾ ਤੇ ਇੰਨਾ ਮਾੜਾ ਹਾਲ ਨਹੀਂ ਸੀ ਜਿੰਨਾ ਪ੍ਰਹਿਲਾਦ ਦਾ ਬਾਪ ਨੇ ਕੀਤਾ। ਕਦੇ ਉਹਨੂੰ ਪਹਾੜ ਤੋਂ ਹੇਠਾਂ ਸੁੱਟਦਾ ਹੈ, ਕਦੇ ਉਹਨੂੰ ਪਾਣੀ 'ਚ ਡੋਬਦਾ ਹੈ, ਕਦੇ ਉਹਨੂੰ ਅੱਗ 'ਚ ਸਾੜਦਾ ਹੈ। ਕਿੰਨੇ ਦੁੱਖ ਦਿੱਤੇ। ਉਹਦੀ ਮਾਂ ਵੀ ਕਹਿੰਦੀ, ਪੁੱਤ ਤੂੰ ਇਹ ਨਾ ਰਾਮ ਰਾਮ ਕਹਿਣਾ ਛੱਡ ਦੇ, ਤੂੰ ਇਹ ਆਪਣੇ ਬਾਪ ਦਾ ਨਾਮ ਲੈ। ਉਹ ਕਹਿੰਦਾ ਮੈਂ ਨਹੀਂ। ਅਖੀਰ ਉਹਨੇ ਕਿਹਾ, ਨਾ ਤੂੰ ਮੇਰੀ ਮਾਂ ਹੈ, ਨਾ ਮੈਂ ਤੇਰਾ ਪੂੰਗੜਾ, ਨਾ ਮੈਂ ਤੇਰਾ ਬੱਚਾ, ਨਾ ਤੂੰ ਮੇਰੀ ਮਾਂ ਹੈ, ਬਸ ਮੈਨੂੰ ਇਹ ਗੱਲ ਕਿਹਾ ਕਰ। ਨਹੀਂ ਛੱਡਿਆ ਨਾਮ। ਇਹ ਨਹੀਂ ਕਿ ਥੋੜ੍ਹੇ ਜਿਹੇ ਲਾਲਚ ਜਾਂ ਥੋੜ੍ਹੇ ਡਰਾਵੇ 'ਚ ਆ ਕੇ ਨਾਮ ਜਪਣਾ ਬੰਦ ਕਰ ਦਿਓ। ਸਾਡੇ 'ਚ ਇੱਕ ਗੱਲ ਨਾ ਗੁਰੂ ਮੰਨੇ, ਅਸੀਂ ਗੁਰਦੁਆਰੇ ਜਾਣੋਂ ਹਟ ਜਾਂਦੇ। ਅਤੇ ਗੁਰਦੁਆਰੇ ਇਸ ਲਈ ਜਾਂਦੇ ਕਿ ਗੁਰੂ ਸਾਡੀ ਗੱਲ ਮੰਨੇ। ਅਜੀਬ ਦਾ ਸਿੱਖ ਅੱਜ ਹੋ ਗਿਆ ਹੈ। ਪਹਿਲਾਂ ਸਿੱਖ ਗੁਰੂ ਦੀ ਗੱਲ ਮੰਨਣ ਜਾਂਦਾ ਹੁੰਦਾ ਸੀ, ਅੱਜ ਸਿੱਖ ਗੁਰੂ ਤੋਂ ਆਪਣੀ ਗੱਲ ਮਨਵਾਉਂਦਾ ਹੈ। ਤਰਲਾ ਕਰਕੇ, ਪੈਸੇ ਦੇ ਕੇ, ਅਖੰਡ ਪਾਠ ਕਰਾ ਕੇ, ਕਿਵੇਂ ਵੀ ਕਰਕੇ, ਬਈ ਗੁਰੂ ਮੇਰੀ ਗੱਲ ਮੰਨੇ, ਫਿਰ ਤਾਂ ਅਸੀਂ ਖੁਸ਼। ਜੇ ਨਹੀਂ ਮੰਨਦਾ, ਚੰਗਾ ਭਾਈ, ਫਿਰ ਤੂੰ ਆਪਣੇ ਘਰ ਤੇ ਅਸੀਂ ਆਪਣੇ ਘਰ। ਫਿਰ ਇਹੋ ਜਿਹੇ ਬੰਦਿਆਂ ਨੂੰ ਕੀ ਮਿਲਣਾ ਮਿਲਾਉਣਾ ਹੁੰਦਾ। ਗੁਰੂ ਘਰ 'ਚ ਅਸੀਂ ਜਾਂਦੇ ਹਾਂ ਗੁਰੂ ਦੀ ਗੱਲ ਸੁਣਨ, ਨਾ ਕਿ ਆਪਣੇ ਰੋਣੇ ਤਾਣੇ ਮਟਾਉਣ। ਠੀਕ ਹੈ, ਆਪਣਾ ਦੁੱਖ ਗੁਰੂ ਨੂੰ ਦੱਸੋ, ਪਰ ਆਪਣੀ ਗੱਲ ਮਨਵਾਉਣ 'ਤੇ ਨਾ ਅੜੇ ਰਹੋ। ਬੇਨਤੀ ਚਲੋ ਸਿੱਖ ਨੇ ਗੁਰੂ ਅੱਗੇ ਹੀ ਕਰਨੀ ਹੁੰਦੀ ਹੈ, ਪਰ ਆਪਣੀ ਬੇਨਤੀ 'ਤੇ ਅੜੇ ਨਹੀਂ ਰਹਿਣਾ ਕਿ ਮੇਰੀ ਜ਼ਰੂਰ ਪੂਰੀ ਕਰੋ। ਸਹਿਜ ਸੁਭਾਅ ਗੁਰੂ ਮਹਾਰਾਜ ਜੋ ਕਰਦੇ ਠੀਕ ਹੈ। ਅਖੀਰਲੀ ਜਿਹੜੀ ਅਵਸਥਾ ਭਜਨ ਬੰਦਗੀ ਵਾਲੇ ਦੀ ਹੁੰਦੀ, ਉਹ ਦਾਸ ਭਾਵਨਾ ਹੁੰਦੀ ਹੈ। ਦਾਸ ਦੀ ਆਪਣੀ ਮਰਜ਼ੀ ਹੀ ਕੋਈ ਨਹੀਂ ਹੁੰਦੀ। ਸਾਡੀ ਤਾਂ ਆਪਣੀ ਮਰਜ਼ੀ ਹੈ। ਨੌਕਰ ਅਤੇ ਦਾਸ 'ਚ ਹੀ ਫਰਕ ਹੁੰਦਾ। ਨੌਕਰ ਨੂੰ ਤਨਖਾਹ ਮਿਲਦੀ ਹੈ, ਉਹ ਮਾਲਕ ਦੀ ਗੱਲ ਨੂੰ ਜਵਾਬ ਵੀ ਦੇ ਸਕਦਾ ਹੈ, ਉਹ ਨੌਕਰੀ ਛੱਡ ਵੀ ਸਕਦਾ ਹੈ, ਪਰ ਦਾਸ ਦੀ ਆਪਣੀ ਮਰਜ਼ੀ ਕੋਈ ਨਹੀਂ ਹੁੰਦੀ। ਜੋ ਮਾਲਕ ਕਹਿੰਦਾ ਉਹਨੂੰ ਖਿੜੇ ਮੱਥੇ ਮੰਨਦਾ ਹੈ। ਸਿੱਖ ਕੌਮ ਦੇ ਵਿੱਚ ਪਹਿਲੇ ਦਾਸ ਭਾਈ ਲਹਿਣਾ ਜੀ ਹੋਏ, ਉਹ ਵਾਕਈ ਗੁਰੂ ਨਾਨਕ ਦੇਵ ਜੀ ਦੇ ਦਾਸ ਸਨ। ਜੋ ਗੁਰੂ ਨਾਨਕ ਦੇਵ ਨੇ ਕਿਹਾ, ਕੋਈ ਕਿੰਤੂ ਪਰੰਤੂ ਨਹੀਂ, ਸਤ ਬਚਨ।
ਇਹਨੂੰ ਕਹਿੰਦੇ ਦਾਸ ਭਾਵਨਾ। ਫਿਰ ਸਮਾਂ ਪਾ ਕੇ ਦਾਸ ਅਤੇ ਮਾਲਕ ਵਿੱਚ ਕੋਈ ਫਰਕ ਨਹੀਂ ਰਹਿ ਜਾਂਦਾ। ਇੱਕ ਫਿਰ ਐਸਾ ਸਮਾਂ ਹੁੰਦਾ ਕਿ ਦਾਸ ਅਤੇ ਮਾਲਕ ਵਿੱਚ ਕੋਈ ਫਰਕ ਨਹੀਂ ਰਹਿੰਦਾ। ਮਾਲਕ ਆਪਣੇ ਦਾਸ 'ਤੇ ਖੁਸ਼ ਹੋ ਕੇ ਆਪਣਾ ਸਾਰਾ ਕੁਝ ਉਸ ਨੂੰ ਦੇ ਦਿੰਦਾ। ਜਿਵੇਂ ਗੁਰੂ ਨਾਨਕ ਦੇਵ ਭਾਈ ਲਹਿਣਾ ਨੂੰ ਗੁਰਗੱਦੀ ਦਿੱਤੀ ਆਪਣੀ। ਇਹ ਅਖੀਰਲੀ ਸਟੇਜ, ਹੇਠੋਂ ਸ਼ੁਰੂ ਕਰਕੇ ਅਸੀਂ ਇੱਥੇ ਪਹੁੰਚਣਾ ਹੈ। ਮਾਲਕ ਚੰਗਾ ਕਰੇ ਮੰਦਾ ਕਰੇ, ਦੁੱਖ ਦੇਵੇ ਸੁੱਖ ਦੇਵੇ, ਭੁੱਖਾ ਰੱਖੇ ਰਜਾ ਕੇ ਰੱਖੇ, ਜੋ ਜਿਵੇਂ ਰੱਖੇ ਉਸ ਤਰ੍ਹਾਂ ਜਿਸ ਬੰਦੇ ਨੂੰ ਮਨਜ਼ੂਰ ਹੋ ਜਾਏ ਉਹਨੂੰ ਕਹਿੰਦੇ ਨੇ ਦਾਸ। ਇੱਥੇ ਪਹੁੰਚਣਾ, ਇਹ ਸਾਡੀ ਮੰਜ਼ਿਲ ਹੈ, ਇਹਦੇ ਵੱਲ ਨੂੰ ਤੁਰੇ ਜਾਣਾ। ਅਜੇ ਤੇ ਅਸੀਂ ਆ ਗੁਰੂ ਨੂੰ ਦਾਸ ਬਣਾਉਣ ਦੀ ਕੋਸ਼ਿਸ਼ ਕਰਦੇ, ਤੂੰ ਸਾਡੀ ਮੰਨ। ਗੁਰੂ ਦੀ ਤਾਂ ਮੰਨਣ ਨੂੰ ਕੋਈ ਤਿਆਰ ਹੀ ਨਹੀਂ ਹੈ, ਵੀ ਸਾਡੀ ਮੰਨ। ਸੋ ਇਸ ਲਈ ਮੰਜ਼ਿਲ ਬਹੁਤ ਦੂਰ ਹੈ ਅਜੇ। ਸੋ ਗੁਰੂ ਮਹਾਰਾਜ ਕਹਿੰਦੇ ਨੇ, ਜਿਹੜੇ ਪ੍ਰਮਾਤਮਾ ਦੇ ਰੰਗ 'ਚ ਰੰਗੇ ਗਏ, ਜਿਨ੍ਹਾਂ ਨੇ ਗੁਰੂ ਦੀ ਸੇਵਾ ਕੀਤੀ, ਤੇ ਯੁਗ ਚਾਰੇ ਜਤੇ, ਉਹ ਚਾਰੇ ਯੁੱਗਾਂ 'ਚ ਜਾਣੇ ਜਾਂਦੇ ਹਨ। ਉਹਨਾਂ ਦਾ ਨਾਮ ਅਮਰ ਹੋ ਜਾਂਦਾ। ਜਿਸ ਨੂੰ ਆਪ ਦੇ ਵਡਿਆਈ ਹਰ ਕੈ ਨਾਮ ਸਮਾਵਣਿਆ, ਜਿਸ ਨੂੰ ਪਰਮਾਤਮਾ ਫਿਰ ਵਡਿਆਈ ਬਖਸ਼ਦਾ ਨਾ, ਉਹ ਹਰੀ ਦੇ ਨਾਮ ਰਾਹੀਂ ਹਰੀ ਦੇ ਵਿੱਚ ਹੀ ਸਮਾ ਜਾਂਦੇ ਹਨ। ਉਹ ਹਰੀ ਵਿੱਚ ਲੀਨ ਹੋ ਜਾਂਦੇ ਹਨ। ਜੋਤੀ ਜੋਤ ਰਲੀ ਸੰਪੂਰਨ ਥੀਆ ਰਾਮ। ਮਾਇਆ ਮੋਹ ਹਰ ਚੇਤੈ ਨਹੀਂ, ਜੰਪੁਰ ਬੱਧਾ ਦੁੱਖ ਸਹਾਈ। ਕਿਉਂਕਿ ਚੇਤੈ ਇੱਕ ਵਚਨ, ਜੇ ਹੁੰਦਾ ਚੱਚੇ ਨੂੰ ਲਾ ਤੱਤਾ ਹਾਹੇ ਨੂੰ ਸਿਹਾਰੀ, ਫਿਰ ਹੁੰਦਾ ਚੇਤੈ, ਫਿਰ ਬਹੁਵਚਨ ਹੋ ਜਾਣਾ ਸੀ। ਫਿਰ ਪੜ੍ਹੇ ਦੁੱਖ ਸਹਾਹੀ, ਦੁੱਖ ਸਹਿੰਦੇ ਹਨ। ਇਹ ਹੈ ਚੇਤੈ, ਇੱਕ ਵਚਨ ਹੈ। ਦੁੱਖ ਸਹਾਹੀ, ਦੁੱਖ ਸਹਿੰਦਾ ਹੈ। ਮਾਇਆ ਮੋਹ ਹਰ ਚੇਤੈ ਨਹੀਂ, ਜੰਪੁਰ ਬੱਧਾ ਦੁੱਖ ਸਹਾਈ। ਅੰਨਾ, ਨੰਨੇ ਦੇ ਪੈਰ 'ਚ ਹਾਹਾ ਲਾ ਪਰ ਅੰਨਾ। ਬੋਲਾ, ਲੱਲੇ ਦੇ ਪੈਰ 'ਚ ਬਿੰਦੀ ਲਾ ਕੇ ਬੋਲਣਾ, ਬੋਲਾ ਨਹੀਂ ਬੋਲਾ। ਅੰਨਾ ਬੋਲਾ ਕੁਛ ਨਜ਼ਰ ਨਾ ਆਵੇ, ਮਨਮੁਖ ਪਾਪ ਪਚਾਵਣੇ। ਮਾਇਆ ਦੇ ਮੋਹ 'ਚ ਆ ਕੇ ਮਨੁੱਖ ਹਰ ਚੇਤਨ, ਹਰੀ ਨੂੰ ਯਾਦ ਹੀ ਨਹੀਂ ਕਰਦਾ। ਕਿਉਂ? ਧਿਆਨ ਇੱਕੋ ਹੀ ਪਾਸੇ ਸਾਰਾ ਹੋ ਗਿਆ। ਮਾਇਆ ਦਾ ਐਸਾ ਮੋਹ ਹੈ ਕਿ ਰੱਬ ਨੂੰ ਯਾਦ ਹੀ ਨਹੀਂ ਕਰਦਾ। ਫਿਰ ਇਹੋ ਜਿਹਾ ਕੀ ਕਰਦੇ ਨੇ? ਜੰਪੁਰ ਬੱਧਾ, ਇਹ ਜਿਹਨਾਂ ਜੰਪੁਰੀ ਲਿਆ ਕੇ ਬੰਨ੍ਹ ਦਿੰਦੇ ਨੇ। ਦੁੱਖ ਸਹਾਈ, ਫਿਰ ਉੱਥੇ ਦੁੱਖ ਸਹਿੰਦਾ ਰਹਿੰਦਾ। ਫਿਰ ਜੰਪੁਰੀ ਜਾ ਕੇ ਜਮਦੂਤਾਂ ਦੀ ਕੁੱਟ ਖਾਂਦਾ, ਦੁੱਖ ਸਹਿੰਦਾ। ਅੰਨਾ ਬੋਲਾ ਕੁਛ ਨਜ਼ਰ ਨਾ ਆਵੇ। ਇਹ ਬੰਦਾ ਉਂਝ ਨਹੀਂ, ਅੱਖਾਂ ਤੋਂ ਅੰਨਾ ਨਹੀਂ ਹੈ, ਦੇਖ ਰਿਹਾ ਪਰ ਉਹਦੀ ਪਰਵਾਹ ਨਹੀਂ ਕਰ ਰਿਹਾ। ਜਿਵੇਂ ਹਾਥ ਦੀਪ ਕੂਏ ਪਰ, ਹੱਥ ਦੀਵੇ ਖੂਹ 'ਚ ਡਿੱਗ ਰਿਹਾ ਹੈ, ਦਿਸ ਰਿਹਾ ਅੱਗੇ ਖੂਹ ਹੈ, ਫਿਰ ਡਿੱਗ ਰਿਹਾ ਹੈ, ਫਿਰ ਡਿੱਗ ਰਿਹਾ। ਉਹਨੂੰ ਕਹਿੰਦੇ ਅੰਨ, ਅੰਨ ਦਿਸ ਰਿਹਾ। ਛੋਟਿਆਂ ਹੁੰਦਿਆਂ ਹੇਠਾਂ ਬੈਠੇ ਕਰਦੇ ਸਨ, ਟਾਠ ਵੀ ਨਹੀਂ ਸਨ ਹੁੰਦੇ। ਅਸੀਂ ਆਪਣੀ ਆਪਣੀ ਬੋਰੀ ਲੈ ਕੇ ਜਾਂਦੇ ਸੀ, ਆਪਣੀ ਬੋਰੀ ਵਿਛਾਉਣੀ, ਉਹਦੇ ਉੱਤੇ ਬਹਿ ਜਾਣਾ। ਸ਼ਾਮ ਨੂੰ ਆਉਂਦਿਆਂ ਹੋਏ ਆਪਣੀ ਬੋਰੀ ਝਾੜਨੀ ਹੈ, ਉਹਦੇ ਵਿੱਚ ਕਿਤਾਬਾਂ ਕਾਪੀਆਂ ਪਾ ਕੇ ਵਾਪਸ ਆ ਜਾਣਾ ਹੈ। ਹੇਠਾਂ ਹੀ ਬਹਿੰਦੇ ਹੁੰਦੇ ਸਨ। ਫਿਰ ਕਾਫੀ ਸਮੇਂ ਬਾਅਦ ਜਾ ਕੇ ਟਾਟ ਮਿਲਣੇ ਸ਼ੁਰੂ ਹੋਏ, ਅਤੇ ਆ ਕੁਝ ਸਾਲ ਪਹਿਲਾਂ ਹੀ ਇਹ ਡੈਸਕ ਮਿਲਣੇ ਸ਼ੁਰੂ ਹੋਏ ਨੇ। ਨਹੀਂ ਤਾਂ ਸਰਕਾਰੀ ਸਕੂਲਾਂ 'ਚ ਹੇਠਾਂ ਟਾੜ 'ਤੇ ਬੈਠੇ ਹੁੰਦੇ ਸੀ ਬੱਚੇ। ਖੈਰ, ਤਾਂ ਕਿਸੇ ਬੱਚੇ ਨੇ ਕਹਿਣਾ ਜੀ ਪਿਸ਼ਾਬ ਕਰ ਆਵਾਂ ਜੀ, ਪਾਣੀ ਪੀ ਆਵਾਂ ਜੀ। ਟੀਚਰ ਕਹਿਣਾ ਜਾ। ਉਹ ਜਵਾਕ ਨੇ ਬੂਥਾ ਉੱਪਰੋਂ ਚੁੱਕਿਆ ਹੋਣਾ। ਇਹ ਉਦੋਂ ਕਾਲੀਆਂ ਸਿਆਹੀਆਂ ਹੁੰਦੀਆਂ, ਦਾਤਾਂ ਹੁੰਦੀਆਂ ਸੀ। ਕਿਸੇ ਦੀ ਦਵਾਤ ਨੂੰ ਠੁੱਡਾ ਵੱਜਣਾ, ਉਹ ਸਿਆਹੀ ਡੁੱਲ ਕੇ ਦੂਜਿਆਂ ਦੇ ਕੱਪੜੇ 'ਤੇ ਪੈ ਜਾਣੀ। ਫਿਰ ਟੀਚਰ ਨੇ ਉਹਦਾ ਕੁਟਾਪਾ ਕਰਨਾ ਅਤੇ ਕਹਿਣਾ ਤੂੰ ਅੰਨਾ, ਤੈਨੂੰ ਦਿਸਦਾ ਨਹੀਂ।
ਇਸ ਤਰ੍ਹਾਂ ਲੋਕ ਅੰਨੇ ਨੇ। 7ਵੀਂ 'ਚ ਇੰਗਲਿਸ਼ ਦੀ ਸਾਨੂੰ ਇੱਕ ਲੈਸਨ ਹੁੰਦਾ ਸੀ, ਇਹ 1957 ਦੀ ਗੱਲ, ਜਿਹੜੀ ਮੈਂ ਅੱਜ ਤੱਕ ਉਹ ਲਾਈਨ ਯਾਦ ਹੈ। ਦੇਅਰ ਆਰ ਮੈਨ ਹੂ ਹੈਵ ਆਈਜ਼ ਬਟ ਡੂ ਨਾਟ ਸੀ। ਇੱਥੇ ਬੜੇ ਲੋਕ ਨੇ ਜਿਨ੍ਹਾਂ ਦੀਆਂ ਅੱਖਾਂ ਤੇ ਹਨ ਪਰ ਦੇਖਦੇ ਨਹੀਂ। ਦੇਅਰ ਆਰ ਮੈਨ ਹੂ ਹੈਵ ਈਅਰਜ਼ ਬਟ ਡੂ ਨਾਟ ਹੀਅਰ। ਬਹੁਤ ਸਾਰੇ ਲੋਕ ਨੇ ਜਿਨ੍ਹਾਂ ਦੇ ਕੰਨ ਤੇ ਹਨ, ਸੁਣਦੇ ਹੀ ਨਹੀਂ। ਅਲਗੇ ਬੋਲੇ, ਕਿਸੇ ਨੇ ਕੋਈ ਗੱਲ ਕਹੀ ਬੱਚੇ ਨੂੰ, ਉਹ ਸੁਣਦੇ ਹੀ ਨਹੀਂ ਹੈ, ਮਾਂ ਪਿਓ ਝਿੜਕਦੇ, ਬੋਲੇ ਤੈਨੂੰ ਸੁਣਦਾ ਨਹੀਂ। ਸੁਣਦਾ ਤਾਂ ਹੈ, ਸੁਣਿਆ ਅਣਸੁਣਿਆ ਕਰਦਾ, ਦਿਸਦਾ ਤਾਂ ਹੈ ਪਰ ਧਿਆਨ ਨਹੀਂ ਦੇ ਰਿਹਾ। ਉਹਨੂੰ ਕਹਿੰਦਾ ਅੰਨਾ ਬੋਲਾ। ਇਹ ਮਨੁੱਖ ਅੰਨਾ ਹੈ, ਇਹ ਬੋਲਾ ਹੈ, ਕਿਛ ਨਜ਼ਰ ਨਾ ਆਵੇ, ਇਹਨੂੰ ਦੇਸੀ ਕੁਝ ਨਹੀਂ ਰਿਹਾ। ਮਨਮੁਖ ਪਾਪ ਪਚਾ ਬਣਿਆ, ਇਹ ਮਨਮੁਖ ਹੈ, ਇਸ ਲਈ ਪਾਪ ਕਰਦਾ, ਫਿਰ ਪਾਪਾ ਕਰ ਨਹੀਂ, ਇਹ 'ਚ ਗਲ ਸੜ ਜਾਂਦਾ ਹੈ, ਦੁਖੀ ਹੁੰਦਾ ਰਹਿੰਦਾ, ਜ਼ਿੰਦਗੀ ਬਰਬਾਦ ਹੋ ਜਾਂਦੀ ਹੈ। ਇੱਕ ਰੰਗ ਰਾਤੇ ਜੋ ਤੁਧ ਆਪ ਲਿਵ ਲਾਏ, ਭਾਏ ਭਗਤ ਤੇਰਾ ਮਨ ਭਾਏ। ਸਤਿਗੁਰ ਸੇਵਨ ਸਦਾ ਸੁਖ ਦਾਤਾ, ਸਭ ਇੱਛਾ ਆਪ ਪੁਜਾ ਬਣਿਆ। ਜੇ ਅੰਦਾ ਸਭ ਭੱਬੇ ਨੂੰ ਸਿਹਾਰੀ, ਫਿਰ ਸਭ ਬਹੁਵਚਨ ਸਵੇਰਾ ਪੜ੍ਹਨਾ, ਸਭ ਇੱਛਾ ਆਪ ਪੁਜਾ ਬਣੇ। 3 ਸਰੂਪ ਨੇ ਸਭ ਦੇ ਗੁਰਬਾਣੀ 'ਚ। ਇੱਕ ਹੈ ਸੱਸਾ ਭੱਬਾ ਔਂਕੜ, ਭੱਬੇ ਨੂੰ ਔਂਕੜ, ਸੱਸਾ ਭੱਬੇ ਨੂੰ ਔਂਕੜ ਸਭ, ਉਹ ਇੱਕ ਵਚਨ ਹੈ ਅਤੇ ਪੁਲਿੰਗ ਹੈ, ਹਰ ਇੱਕ। ਇੱਕ ਹੈ ਸੱਸਾ ਭੱਬਾ ਸਭ, ਉਹ ਇੱਕ ਵਚਨ ਹੈ, ਇਸਤਰੀ ਲਿੰਗ। ਇੱਕ ਹੈ ਸੱਸਾ ਭੱਬੇ ਨੂੰ ਸਿਹਾਰੀ, ਉਹ ਬਹੁਵਚਨ ਹੈ। ਇੱਥੇ ਸਭ ਇੱਕ ਵਚਨ ਹੈ। ਭੱਬੇ ਨੂੰ ਔਂਕੜ ਇਸ ਲਈ ਨਹੀਂ ਲਾਇਆ ਕਿ ਜਿਹੜੀ ਇੱਛਾ ਹੈ ਉਹ ਇਸਤਰੀ ਲਿੰਗ ਹੈ, ਇਸ ਲਈ ਅੱਗੇ ਜਿਵੇਂ ਆਪਾਂ ਕਹਿੰਦੇ ਹੀ ਇਜ਼ ਏ ਬੁਆਏ, ਬੁਆਏ ਪੁਲਿੰਗ ਹੋਣ ਕਰਕੇ ਉਹਦੇ ਅੱਗੇ ਹੀ ਲੱਗਾ। ਸ਼ੀ ਇਜ਼ ਏ ਗਰਲ, ਗਰਲ ਇਸਤਰੀ ਲਿੰਗ ਹੋਣ ਕਰਕੇ ਉਹਦੇ ਅੱਗੇ ਸ਼ੀ ਲੱਗਾ ਹੈ। ਇਸ ਲਈ ਇੱਛਾ ਜਿਹੜਾ ਹੈ ਇਸਤਰੀ ਲਿੰਗ ਸ਼ਬਦ ਹੈ, ਇਸ ਕਰਕੇ ਭੱਬੇ ਨੂੰ ਔਂਕੜ ਨਹੀਂ ਲੱਗਾ ਹੋਇਆ। ਸਤਿਗੁਰ ਸੇਵਨ ਸਦਾ ਸੁਖ ਦਾਤਾ, ਸਭ ਇੱਛਾ ਆਪ ਪੁਜਾ ਬਣਿਆ। ਗੁਰੂ ਮਾਰੇ ਇੱਕ ਰੰਗ ਰਾਤੇ, ਇੱਕ ਜਦੋਂ ਕੱਕੇ ਨੂੰ ਸਿਹਾਰੀ ਲੱਗ ਜਾਏ ਨਾ, ਇੱਕ ਦੇ ਇਹ ਬਹੁਵਚਨ ਹੋ ਜਾਂਦਾ। ਇੱਕ ਦੇ ਵੀ 3 ਸਰੂਪ ਨੇ ਗੁਰਬਾਣੀ 'ਚ। ਈੜੀ ਨੂੰ ਸਿਹਾਰੀ, ਕੱਕੇ ਨੂੰ ਔਂਕੜ, ਇੱਕ, ਉਹਦਾ ਅਰਥ ਇੱਕ ਤੇ ਪੁਲਿੰਗ ਹੈ। ਈੜੀ ਨੂੰ ਸਿਹਾਰੀ ਕੱਕਾ ਇੱਕ, ਇੱਕ ਵਚਨ ਇਸਤਰੀ ਲਿੰਗ ਹੈ। ਈੜੀ ਨੂੰ ਸਿਹਾਰੀ, ਕੱਕੇ ਨੂੰ ਸਿਹਾਰੀ, ਇੱਕ, ਇਹ ਬਹੁਵਚਨ ਹੈ। ਇੱਕ ਰੰਗ ਰਾਤੇ, ਤਾਂ ਹੀ ਰਾਤੇ, ਨਹੀਂ ਤਾਂ ਰਾਤਾ ਹੁੰਦਾ। ਇੱਕ ਰੰਗ ਰਾਤੇ ਜੋ ਤੁਧ ਆਪ ਲਿਵ ਲਾਏ। ਇਹ ਪ੍ਰਭੂ ਜਿਨ੍ਹਾਂ ਨੂੰ ਤੂੰ ਆਪਣੀ ਲਿਵ ਲਾਈ ਨਾ, ਉਹ ਤੇਰੇ ਰੰਗ ਤੇਰੇ ਪਿਆਰ 'ਚ ਰੰਗੇ ਗਏ। ਭਾਏ ਭਗਤ ਤੇਰਾ ਮਨ ਪਾਏ। ਜਿਹੜੇ ਪ੍ਰੇਮਾ ਭਗਤੀ ਕਰਦੇ ਹਨ ਉਹ ਤੇਰੇ ਮਨ ਨੂੰ ਚੰਗੇ ਲੱਗਦੇ ਹਨ। ਸਤਿਗੁਰ ਸੇਵਨ ਸਦਾ ਸੁਖ ਦਾਤਾ, ਉਹ ਗੁਰੂ ਜੋ ਸੁੱਖਾਂ ਦਾ ਦਾਤਾ ਹੈ, ਉਹ ਉਹਦੀ ਸੇਵਾ ਕਰਦੇ ਨੇ। ਜਿਹੜੇ ਸੁੱਖਾਂ ਦੇ ਦਾਤੇ ਗੁਰੂ ਦੀ ਸੇਵਾ ਕਰਦੇ ਹਨ, ਸਭ ਇੱਛ ਪੁਜਾਵਨ, ਸਭ ਇੱਛਾ ਆਪ ਪੁਜਾਵਨ ਹੈ। ਪਰਮਾਤਮਾ ਉਹਨਾਂ ਦੀ ਹਰ ਇੱਕ ਇੱਛਾ ਪੂਰੀ ਕਰ ਦਿੰਦਾ ਹੈ। ਸੋ ਪਰਮਾਤਮਾ ਨੂੰ ਤਾਂ ਗੁਰੂ ਦੀ ਸੇਵਾ ਕਰਨ ਵਾਲਾ ਅਤੇ ਪਰਮਾਤਮਾ ਦਾ ਨਾਮ ਜਪਣ ਵਾਲਾ ਚੰਗਾ ਲੱਗਦਾ ਹੈ। ਜਿਹੜਾ ਗੁਰੂ ਦੀ ਸੇਵਾ ਕਰਦਾ, ਪਰਮਾਤਮਾ ਦਾ ਨਾਮ ਜਪਦਾ, ਪਰਮਾਤਮਾ ਦੀ ਇੱਛਾ ਪੂਰੀ ਕਰ ਦਿੰਦਾ ਹੈ। ਸੋ ਸਤਿਕਾਰਯੋਗ ਸਾਧ ਸੰਗਤ ਜੀ, ਜਿੰਨਾ ਵੀ ਸਮਾਂ ਮਿਲੇ ਸਤ ਸੰਗਤ ਕਰੋ, ਗੁਰੂ ਘਰ ਦੀ ਸੇਵਾ ਕਰੋ, ਨਾਮ ਜਪੋ, ਤਾਂ ਹੀ ਲੋਕ ਸੁਖੀ ਪਰਲੋਕ ਸੇਲੇ ਹੋਣਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।